ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲੇਹੋ ਉਬਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ। ਪੁਨ ਰਾਸ਼ਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਬਹੁਪਨ ਬ੍ਰਿਸ਼ਟ ਗਗਨ ਤੇ ਭਈ ਸਭ ਹੀਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮਹਲਿਓ ਉਬਾਰੇ। ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮਹਲਿਓ ਉਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਦੀਨਾ ਬੰਧੂ ਲੋਕ ਪਰਲੋਕ ਕੇ ਰੱਖਿਅਕ ਧੰਨ ਸਤਿਗੁਰੂ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦਿਦਾਰੇ ਕਰ ਰਹੇ ਹਾਂ। ਸਤਿਗੁਰਾਂ ਦੀ ਹਜ਼ੂਰੀ ਅੰਦਰ ਜੋ ਅੰਮ੍ਰਿਤ ਵੇਲੇ ਦਾ ਨਿਤਨੇਮ ਹੋਇਆ ਹੈ ਉਪਰੰਤ ਹੁਣ ਸਮਾਂ ਹੋਇਆ ਹੈ ਜੋ ਲੜੀਵਾਰ ਕਥਾ ਵਿਚਾਰ ਸੋਧਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਚੱਲ ਰਹੀ ਹੈ। ਪਿਛਲੇ ਦੀਵਾਨਾਂ ਅੰਦਰ ਜੋ ਰਹਿਰਾਸ ਸਾਹਿਬ ਜੀ ਦੇ
9 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਅੰਦਰ ਦਰਜ ਹਨ। ਤਿਨਾਂ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸ਼ਰਵਣ ਕੀਤੀ ਹੈ। ਜਿਸ ਪ੍ਰਕਾਰ ਨਾਲ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮੇਂ ਜੋ ਪਹਿਲੇ 3 ਸ਼ਬਦ ਰਹਿਰਾਸ ਦੇ ਅੰਦਰ ਆਉਂਦੇ ਹਨ, ਉਹਨਾਂ ਦਾ ਨਿਤਨੇਮ ਹੁੰਦਾ ਸੀ। ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਵਾਉਣਾ ਕੀਤੀ, ਉਸ ਸਮੇਂ ਸਤਿਗੁਰਾਂ ਨੇ ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਤੇ ਇੱਕ ਸ਼ਬਦ ਆਪਣਾ ਜੋੜ ਕਰਕੇ ਤੋਂ ਕੁੱਲ ਸ਼ਬਦ 5 ਹੋ ਗਏ ਸਨ। ਸੋ ਦਰ ਰਹਿਰਾਸ ਸਾਹਿਬ ਜੀ ਦੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜਿਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਰੀ ਗੁਰਬਾਣੀ ਇੱਕ ਓੰਕਾਰ ਤੋਂ 18 10 20 ਤੱਕ ਕੰਠੋਂ ਉਚਾਰਨ ਕੀਤੀ ਸੀ, ਉਸ ਸਮੇਂ ਸਤਿਗੁਰਾਂ ਨੇ ਜੋ 4 ਸ਼ਬਦ ਹੋਰ ਸਨ ਵੱਡੇ ਸਤਿਗੁਰਾਂ ਦੇ, ਉਹਨਾਂ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਰਹਿਰਾਸ ਸਾਹਿਬ ਗੁਰਬਾਣੀ ਅੰਦਰ ਦਰਜ ਕਰਕੇ ਸੋ ਇਸ ਵਕਤ ਆਪਣੇ ਕੋਲ ਜੋ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਅੰਦਰ ਕੁੱਲ 9 ਸ਼ਬਦ ਹਨ, ਜਿਨ੍ਹਾਂ ਦੀ ਵਿਚਾਰ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਜੋ ਸਾਧ ਸੰਗਤ ਇਸ ਤੋਂ ਅਗਲੇਰੇ ਸ਼ਬਦ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਆ ਰਹੇ ਹਨ, ਉਹ ਭਾਈ ਮਨੀ ਸਿੰਘ ਸਾਹਿਬ ਜੀ ਹੁਣਾਂ ਨੇ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹੁਕਮ ਪਾ ਕਰਕੇ ਜੋ ਇਹ ਮਰਿਆਦਾ ਕਾਇਮ ਕੀਤੀ ਸੀ, ਜੋ ਪਿਛਲੇ ਸਮੇਂ ਦੇ ਵਿੱਚ ਬਹੁਤ ਲੰਮਾ ਸਮਾਂ 5 ਤਖਤ ਸਾਹਿਬਾਨਾਂ ਦੇ ਉੱਪਰ ਵੀ ਅਤੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਵੀ ਜੋ ਇਹ ਸੰਪੂਰਨ ਰਹਿਰਾਸ ਸਾਹਿਬ ਪੜ੍ਹੀ ਜਾਂਦੀ ਸੀ। ਸੋ ਉਸੇ ਹੀ ਮਰਿਆਦਾ ਅਨੁਸਾਰ ਜੋ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਦੇ ਜੋ ਉਹਨਾਂ ਦੁਆਰਾ ਗੁਟਕਾ ਸਾਹਿਬ ਪ੍ਰਕਾਸ਼ਿਤ ਕੀਤਾ ਗਿਆ ਹੈ, ਉਸ ਦੇ ਵਿੱਚ ਜੋ ਸੰਪੂਰਨ ਰਹਿਰਾਸ ਸਾਹਿਬ ਉਸ ਦੇ ਅਨੁਸਾਰ ਜਿਸ ਪ੍ਰਕਾਰ ਨਾਲ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਆਪਾਂ ਬੜੇ ਹੀ ਪ੍ਰੇਮ ਦੇ ਨਾਲ ਸਤਿਗੁਰਾਂ ਅੱਗੇ ਦੋਏ ਕਰ ਜੋੜ ਕੇ ਇਕਾਗਰਚਿਤ ਹੋ ਕਰਕੇ ਸਰਵਣ ਕਰਨ ਦਾ ਯਤਨ ਕਰੀਏ। ਸਾਰੀ ਹੀ ਸੰਗਤ ਪ੍ਰੇਮ ਸਾਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜੋ 10ਮ ਗ੍ਰੰਥ ਦੇ ਅੰਦਰ ਸ੍ਰੀ ਗੁਰੂ 10ਮ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਨੇ ਬੜੇ ਹੀ ਖਜ਼ਾਨੇ ਜੋ ਖਾਲਸੇ ਨੂੰ ਬਖਸ਼ਿਸ਼ ਕਰਨਾ ਕੀਤੇ। ਜਿਸ ਪ੍ਰਕਾਰ ਨਾਲ ਜੋ ਜਪਜੀ ਸਾਹਿਬ ਤੋਂ ਉਪਰੰਤ ਆਪਾਂ ਜਾਪ ਸਾਹਿਬ ਗੁਰਬਾਣੀ ਨਿਤਨੇਮ ਦੇ ਅੰਦਰ ਪੜ੍ਹਦੇ ਹਾਂ, ਉਹ ਗੁਰਬਾਣੀ ਸ੍ਰੀ 10ਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਾਰੰਭ ਦੇ ਅੰਦਰ ਬਿਰਾਜਮਾਨ ਹੈ। ਸ੍ਰੀ ਜਾਪ ਸਾਹਿਬ ਤੋਂ ਸ੍ਰੀ 10ਮ ਗ੍ਰੰਥ ਸਾਹਿਬ ਪ੍ਰਾਰੰਭ ਹੁੰਦਾ ਹੈ ਅਤੇ ਇਸ ਪ੍ਰਕਾਰ ਨਾਲ ਉਸ ਤੋਂ ਉਪਰੰਤ ਸ੍ਰੀ ਅਕਾਲ ਉਸਤਤ ਜੋ ਸਤਿਗੁਰਾਂ ਨੇ ਉਸ ਪਰਮੇਸ਼ਰ ਦੀ ਉਸਤਤੀ ਦੇ ਅੰਦਰ ਉਚਾਰਨ ਕੀਤੀ ਅਤੇ ਇਸ ਪ੍ਰਕਾਰ ਨਾਲ ਹੋਰ ਗੁਰਬਾਣੀਆਂ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਉਹ 10ਮ ਗੁਰੂ ਗ੍ਰੰਥ ਸਾਹਿਬ ਅੰਦਰ ਬਿਰਾਜਮਾਨ ਹਨ, ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ ਬਚਿੱਤਰ ਨਾਟਕ ਦੇ ਅੰਦਰ ਆਪਣੀ ਪਵਿੱਤਰ ਜੀਵਨ ਕਥਾ ਸਤਿਗੁਰੂ ਫਰਮਾਉਂਦੇ ਹਨ, ਅਬ ਮੈਂ ਆਪਣੀ ਕਥਾ ਬਖਾਨੋ। ਸਤਿਗੁਰਾਂ ਨੇ ਆਪਣੀ ਜੀਵਨ ਕਥਾ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ 10ਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬਚਿੱਤਰ ਨਾਟਕ ਗੁਰਬਾਣੀ ਦੇ ਅੰਦਰ ਦਰਜ ਕਰਨਾ ਕੀਤੀ। ਸਿੱਖਾਂ ਨੇ ਜਿਸ ਸਮੇਂ ਸਤਿਗੁਰਾਂ ਨੂੰ ਪੁੱਛਿਆ ਕਿ ਸਤਿਗੁਰੂ ਜਿੰਨੇ ਵੀ ਹੁਣ ਤੱਕ ਦੇਵਤੇ ਪੈਗੰਬਰ ਹੋਏ ਹਨ, ਤਿਨਾਂ ਦੀਆਂ ਜੋ ਜੀਵਨੀਆਂ ਹਨ ਉਹਨਾਂ ਦੇ ਸਿੱਖਾਂ ਸੇਵਕਾਂ ਉਹਨਾਂ ਦੇ ਬਾਲਕਿਆਂ ਨੇ ਲਿਖੀਆਂ ਹਨ ਤੇ ਆਪ ਜੀ ਆਪ ਖੁਦ ਉਚਾਰਨ ਕਰਨ ਲੱਗੇ ਹੋ। ਸਤਿਗੁਰਾਂ ਨੇ ਫਰਮਾਇਆ ਕਿ ਜੇਕਰ ਕਿਸੇ ਪੈਗੰਬਰ ਦੇਵਤੇ ਦੇ ਜਾਂ ਕਿਸੇ ਵੀ ਮਨੁੱਖ ਦੇ
ਜੋ ਉਸ ਦੀ ਉਸਤਤੀ ਵਿੱਚ ਉਸ ਦਾ ਜੀਵਨ ਜੋ ਲਿਖਿਆ ਜਾਂਦਾ ਹੈ, ਜੇਕਰ ਉਸ ਦੇ ਅਗਾਂਹ ਸਿੱਖ ਸੇਵਕ ਲਿਖਣ ਤਾਂ ਕਿਸੇ ਨਾ ਕਿਸੇ ਮੌਕੇ 'ਤੇ ਆਣ ਕਰਕੇ ਉਹ ਸ਼ਰਧਾ ਦੇ ਵਿੱਚ ਇੰਨਾ ਕੁ ਭਿੱਜ ਕੇ ਅਤੇ ਉਹ ਉਸ ਦੀ ਵਡਿਆਈ ਵੱਧ ਦੱਸ ਜਾਂਦੇ ਹਨ, ਉਸ ਨੂੰ ਪਰਮੇਸ਼ਰ ਦੇ ਤੁੱਲ ਕਹਿ ਦਿੰਦੇ ਹਨ। ਤੇ ਇਸ ਪ੍ਰਕਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਕਿ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਅੱਗੇ ਜਾ ਕਰਕੇ ਜੋ ਸਿੱਖ ਮੇਰੀ ਜੀਵਨੀ ਲਿਖਣ ਤੇ ਮੈਨੂੰ ਪਰਮੇਸ਼ਰ ਕਹਿ ਦੇਣ। ਜੋ ਹਮਕੋ ਪਰਮੇਸ਼ਰ ਉਚਰਹਿ ਹੈ ਤੇ ਨਰ ਤੇ ਸਭ ਨਰਕ ਕੁੰਡ ਮਹਿ ਪਰਹਿ, ਮੋਕੋ ਦਾਸ ਤਵਨ ਕਾ ਜਾਨੋ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਗਰੀਬੀ ਧਾਰਨ ਕਰਦੇ ਹੋਏ ਕਹਿ ਰਹੇ ਕਿ ਮੈਂ ਆਪਣੀ ਕਥਾ ਆਪ ਵਿਖਿਆਨ ਕਰਕੇ ਜਾ ਰਿਹਾ ਹਾਂ। ਸੋ ਇਸ ਪ੍ਰਕਾਰ ਨਾਲ ਜੋ ਬਚਿੱਤਰ ਨਾਟਕ ਦੇ ਅੰਦਰ ਸਤਿਗੁਰਾਂ ਨੇ ਆਪਦੀ ਜੀਵਨ ਕਥਾ ਲਿਖੀ, ਕਿਸ ਪ੍ਰਕਾਰ ਨਾਲ ਸਤਿਗੁਰੂ ਹੇਮਕੁੰਟ ਸਾਹਿਬ ਦੇ ਉੱਪਰ ਤਪ ਕੀਤਾ, ਕਿਸ ਪ੍ਰਕਾਰ ਨਾਲ ਸਤਿਗੁਰਾਂ ਦਾ ਜੋ ਪ੍ਰਕਾਸ਼ ਹੋਣਾ ਹੋਇਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ। ਸੋ ਸਤਿਗੁਰੂ ਕਿਰਪਾ ਕਰਨ, ਜੋ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਜੋ ਆਪਣੇ ਨਗਰ ਦੀ ਸੰਗਤ ਵੱਲੋਂ ਉੱਦਮ ਕੀਤਾ ਗਿਆ ਹੈ, ਜੋ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹਰ ਸਾਲ ਸਾਰੀ ਹੀ ਸੰਗਤ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਉਂਦੀ ਹੈ। ਸੋ ਗ੍ਰੰਥੀ ਸਿੰਘ ਨੇ ਵੀ ਹੁਣ ਆਵਾਜ਼ਾਂ ਦਿੱਤਾ ਹੈ ਕਿ ਜੋ ਸ੍ਰੀ ਅਖੰਡ ਪਾਠ ਸਾਹਿਬ ਹਨ ਉਹ 19 ਜਨਵਰੀ ਦਿਨ ਸ਼ੁੱਕਰਵਾਰ ਨੂੰ ਆਰੰਭ ਹੋਣਗੇ ਅਤੇ ਉਹਨਾਂ ਦੇ ਭੋਗ 21 ਜਨਵਰੀ ਦਿਨ ਐਤਵਾਰ ਨੂੰ ਪਾਏ ਜਾਣਗੇ। ਸੋ ਸਾਰ ਸੰਗਤ ਸਤਿਗੁਰੂ ਕਿਰਪਾ ਕਰਨ, ਆਪਾਂ ਇਹਨਾਂ ਦਿਨਾਂ ਦੇ ਅੰਦਰ ਜਾਂ ਉਸ ਅਖੰਡ ਪਾਠ ਸਾਹਿਬ ਤੋਂ ਪਹਿਲਾਂ ਜੋ ਕਥਾ ਹੈ ਬਚਿੱਤਰ ਨਾਟਕ ਦੇ ਅੰਦਰ ਜੋ ਸਤਿਗੁਰਾਂ ਨੇ ਆਪਣੀ ਜੀਵਨ ਕਥਾ ਲਿਖੀ ਕਿ ਕਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਤਪ ਕੀਤਾ ਹੇਮਕੁੰਟ ਦੇ ਪਰਬਤ ਉੱਤੇ ਅਤੇ ਕਿਸ ਪ੍ਰਕਾਰ ਨਾਲ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਉਹ ਕਥਾ ਆਪਾਂ ਯਤਨ ਕਰਾਂਗੇ ਸਤਿਗੁਰੂ ਬਖਸ਼ਿਸ਼ ਕਰਨ। 2-3 ਦਿਨ ਦੀ ਕਥਾ ਹੈ, ਆਪਾਂ ਉਸ ਕਥਾ ਨੂੰ ਸਰਵਣ ਕਰਨ ਦਾ, ਸੁਣਨ ਦਾ ਯਤਨ ਕਰਾਂਗੇ ਸਤਿਗੁਰੂ ਬਖਸ਼ਿਸ਼ ਕਰਨ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਦਸਮ ਗ੍ਰੰਥ ਦੇ ਸ੍ਰੀ ਗੁਰੂ ਦਸਮ ਗ੍ਰੰਥ ਦੇ ਅੰਦਰ ਜੋ ਆਪਣੀ ਜੀਵਨ ਕਥਾ, ਉਸ ਤੋਂ ਉਪਰੰਤ ਜੋ ਜੰਗ ਯੁੱਧ ਹੋਏ, ਜੋ 24 ਅਵਤਾਰ ਵਿਸ਼ਨੂੰ ਜੀ ਦੇ ਹੋਏ, ਬ੍ਰਹਮਾ ਜੀ ਦੇ ਅਵਤਾਰ ਹੋਏ, ਇਸ ਪ੍ਰਕਾਰ ਨਾਲ ਸਾਰਿਆਂ ਦੀ ਕਥਾ ਸਤਿਗੁਰਾਂ ਨੇ ਲਿਖ ਕਰਕੇ ਤੇ ਆਪਣੇ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤੀ ਕਿ ਮੇਰੇ ਖਾਲਸੇ ਮੇਰੇ ਸਿੱਖ ਨੂੰ ਕਿਸੇ ਹੋਰ ਪਾਸੇ ਜਾ ਕਰਕੇ ਕਿਸੇ ਹੋਰ ਤੋਂ ਗ੍ਰੰਥ ਵਿਦਿਆ ਨਾ ਲੈਣੀ ਪਵੇ। ਸਾਰੀ ਵਿਦਿਆ, ਸਾਰੇ ਹੀ ਬ੍ਰਹਮ ਵਿਦਿਆ ਸਤਿਗੁਰਾਂ ਨੇ ਸਾਰਾ ਗਿਆਨ ਆਪਣੇ ਖਾਲਸੇ ਨੂੰ ਆਪ ਬਖਸ਼ਿਸ਼ ਕਰਨਾ ਕੀਤਾ। ਸੋ ਇਸੇ ਪ੍ਰਕਾਰ ਨਾਲ ਸਾਧ ਸੰਗਤ ਜਿਹੜਾ ਹੁਣ ਸ਼ਬਦ ਆ ਰਿਹਾ ਹੈ ਜੋ ਸੋਧਾ ਰਹਿਰਾਜ ਸਾਹਿਬ ਜੀ ਦੇ ਅੰਦਰ ਸ੍ਰੀ ਚੌਪਈ ਸਾਹਿਬ ਤੋਂ ਪਹਿਲਾਂ ਜੋ ਇੱਕ ਸ਼ਬਦ ਆਉਂਦਾ ਹੈ ਪੁੰਨ ਰਾਖਸ਼ ਕਾ ਕਾਟਾ ਸੀਸਾ। ਸਾਧ ਸੰਗਤ ਇਹ ਜੋ ਸ਼ਬਦ ਹੈ ਇਹ ਸਤਿਗੁਰਾਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੋ ਬਾਣੀ ਹੈ ਚਰਿਤ੍ਰੋਪਖਿਆਨ, ਉਸ ਦੇ ਅੰਦਰ ਇਹ ਸ਼ਬਦ ਆ ਰਿਹਾ ਹੈ। ਸਤਿਗੁਰਾਂ ਨੇ ਜੋ ਚਰਿਤ੍ਰੋਪਖਿਆਨ ਬਾਣੀ ਹੈ ਇਹ ਖਾਲਸੇ ਨੂੰ ਬਖਸ਼ਿਸ਼ ਕੀਤੀ। ਇਸ ਦੇ ਅੰਦਰ ਜੋ ਇੱਕ ਰਾਜਾ ਚਿੱਤਰ ਸਿੰਘ ਹੋਇਆ ਹੈ ਅਤੇ ਇਸ ਦਾ ਜੋ ਵਜ਼ੀਰ ਸਬੁੱਧ ਨਾਮ ਦਾ ਹੋਇਆ ਹੈ, ਜੋ ਇਹਨਾਂ ਦੋਵਾਂ ਦੇ ਅੰਦਰ ਸੰਵਾਦ ਹੋਇਆ, ਗੱਲਬਾਤ ਹੋਈ, ਉਸ ਦਾ ਜੋ ਲਿਖਤੀ ਰੂਪ ਸੀ ਉਸ ਨੂੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਲੱਥਾ ਕਰਕੇ ਉਸ ਦਾ ਅਨੁਵਾਦ ਕਰਕੇ ਤੇ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤਾ। ਇਸ ਚਰਿਤ੍ਰੋਪਖਿਆਨ ਗੁਰਬਾਣੀ ਦੇ ਅੰਦਰ ਜੋ ਇਸਤਰੀਆਂ ਅਤੇ ਪੁਰਖਾਂ ਦੇ ਜੋ ਚਰਿੱਤਰ, ਜੋ ਉਹਨਾਂ ਨੇ ਛਲ ਕਪਟ ਕੀਤੇ ਇੱਕ ਦੂਸਰੇ ਦੇ ਨਾਲ, ਉਹਨਾਂ ਨੂੰ ਸਤਿਗੁਰਾਂ ਨੇ ਵਰਣਨ ਕੀਤਾ। ਇਸ ਦੇ ਅੰਦਰ ਕਿਸ ਤਰੀਕੇ ਨਾਲ ਜੋ ਇਸਤਰੀਆਂ ਅਤੇ ਜੋ ਪੁਰਸ਼ ਛਲ ਕਪਟ ਕਰਦੇ ਹਨ ਅਤੇ ਇਸ ਦੇ ਅੰਦਰ ਸਤਿਗੁਰਾਂ ਨੇ ਜੋ ਚੰਗੇ ਛਲ ਕਪਟ ਵੀ ਲਿਖੇ ਹਨ ਕਿ ਜਿਸ ਪ੍ਰਕਾਰ ਨਾਲ ਕਿਸੇ ਇਸਤਰੀ ਨੇ ਕੋਈ ਛਲ ਕਪਟ ਕਰਕੇ ਤੇ ਆਪਣਾ ਧਰਮ ਬਚਾਇਆ, ਆਪਣੀ ਇੱਜ਼ਤ ਬਚਾਈ, ਇਸ ਪ੍ਰਕਾਰ ਨਾਲ ਵੀ ਛਲ ਕਪਟ ਇਸ ਗੁਰਬਾਣੀ ਅੰਦਰ ਸਤਿਗੁਰਾਂ ਨੇ ਦਰਜ ਕੀਤੇ। ਅਤੇ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਸਨ, ਉਸ ਸਮੇਂ ਵੀ ਜਿਹੜੇ ਪਹਾੜੀ ਰਾਜਿਆਂ ਨੇ ਜੋ ਸਤਿਗੁਰਾਂ ਦੇ ਨਾਲ ਛਲ ਕਪਟ ਕਰਨੇ ਚਾਹੇ, ਉਹਨਾਂ ਨੂੰ ਵੀ ਸਤਿਗੁਰਾਂ ਨੇ ਇਸ ਬਾਣੀ ਅੰਦਰ ਬਖਸ਼ਿਸ਼ ਕੀਤਾ। ਅਤੇ ਇਹ ਖਾਲਸੇ ਨੂੰ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ, ਸਤਿਗੁਰਾਂ ਦਾ ਹੁਕਮ ਹੈ ਕਿ ਖਾਲਸੇ ਨੇ ਵੀ ਇਸ ਚਰਿੱਤਰਾਂ ਨੂੰ, ਛਲ ਕਪਟ ਦੇ ਜੋ ਚਰਿੱਤਰ ਇਸ ਬਾਣੀ ਅੰਦਰ ਲਿਖੇ ਹਨ ਨਾ, ਇਹਨਾਂ ਨੂੰ ਪੜ੍ਹ ਕੇ ਸਿੱਖਿਆ ਲੈ ਲੈਣੀ ਹੈ। ਅਤੇ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਪਹਿਲਾਂ ਰਾਜੇ ਅਤੇ ਰਾਣੀਆਂ ਇਹ ਛਲ ਕਪਟਾਂ ਦੇ ਸ਼ਿਕਾਰ ਹੁੰਦੇ ਰਹੇ, ਇਸ ਤਰੀਕੇ ਦੇ ਨਾਲ ਕਿਤੇ ਖਾਲਸਾ ਇਸ ਛਲ ਕਪਟ, ਕਿਸੇ ਵੀ ਛਲ ਕਪਟ ਦਾ ਸ਼ਿਕਾਰ ਨਾ ਹੋ ਜਾਵੇ, ਫਸ ਨਾ ਜਾਵੇ ਉਹਦੇ ਵਿੱਚ। ਇਸ ਕਰਕੇ ਸਤਿਗੁਰਾਂ ਨੇ ਇਹ ਜੋ ਪਵਿੱਤਰ ਬਾਣੀ ਦੀ ਬਖਸ਼ਿਸ਼ ਕੀਤੀ।
ਇਸ ਦੇ ਅੰਦਰ ਸਾਧ ਸੰਗਤ ਸਤਿਗੁਰਾਂ ਨੇ ਜੋ 405 ਚਰਿਤਰਾਂ ਦਾ ਵਿਖਿਆਨ ਕੀਤਾ ਹੈ। ਇਹ ਜੋ ਪਵਿੱਤਰ ਸ਼ਬਦ ਆ ਰਿਹਾ ਹੈ ਪੁੰਨ ਰਾਖਸ਼ ਕਾ ਕਾਟਾ ਸੀਸਾ, ਇਹ ਜੋ 405ਵਾਂ ਚਰਿੱਤਰ ਜੋ ਅਖੀਰਲਾ ਚਰਿੱਤਰ ਹੈ ਉਸ ਦੇ ਅਖੀਰ ਦੇ ਉੱਪਰ ਇਹ ਸ਼ਬਦ ਬਿਰਾਜਮਾਨ ਹੈ। ਜੋ 405ਵਾਂ ਚਰਿੱਤਰ ਹੈ ਉਸ ਦੇ ਅੰਦਰ ਜੋ ਸਤਿਗੁਰਾਂ ਨੇ ਮਹਾਕਾਲ ਜਿਹੜਾ ਪਰਮੇਸ਼ਰ ਅਤੇ ਜੋ ਰਾਖਸ਼ ਸੀ ਉਹਨਾਂ ਦੇ ਯੁੱਧ ਨੂੰ ਵਰਣਨ ਕੀਤਾ। ਯੁੱਧ ਦਾ ਜੋ ਦ੍ਰਿਸ਼ ਸੀ ਉਹ ਸਤਿਗੁਰਾਂ ਨੇ ਇਸ ਦੇ ਅੰਦਰ ਲਿਖਿਆ ਹੈ, ਦਰਜ ਕੀਤਾ ਹੈ ਕਿ ਕਿਸ ਤਰੀਕੇ ਨਾਲ ਉਹ ਜੰਗ ਯੁੱਧ ਹੋਇਆ, ਕਿਸ ਤਰੀਕੇ ਦੇ ਨਾਲ ਮਹਾਕਾਲ ਨੇ ਪਰਮੇਸ਼ਵਰ ਨੇ ਦੈਂਤਾਂ ਨੂੰ ਰਾਖਸ਼ਾਂ ਨੂੰ ਮਾਰਨਾ ਕੀਤਾ, ਕਿਸ ਪ੍ਰਕਾਰ ਨਾਲ ਉੱਥੇ ਜੰਗ ਯੁੱਧ ਹੋਇਆ, ਯੋਧਿਆਂ ਨੇ ਸ਼ਸਤਰ ਚਲਾਏ, ਤੀਰ ਚਲਾਏ। ਉਹ ਜਿਹੜਾ ਯੁੱਧ ਦਾ ਦ੍ਰਿਸ਼ ਹੈ ਸਤਿਗੁਰਾਂ ਨੇ ਇਸ ਦੇ ਅੰਦਰ ਵਰਣਨ ਕੀਤਾ। ਅਤੇ ਅਖੀਰ ਦੇ ਉੱਪਰ ਜਿਸ ਤਰੀਕੇ ਨਾਲ ਮਹਾਕਾਲ ਪਰਮੇਸ਼ਰ ਨੇ ਜੋ ਦੁਸ਼ਟ ਜੋ ਰਾਖਸ਼ ਸੀ ਕਿਸ ਤਰੀਕੇ ਨਾਲ ਉਸ ਦਾ ਸਿਰ ਵੱਢਣਾ ਕੀਤਾ, ਕਿਸ ਤਰੀਕੇ ਨਾਲ ਉਹਨਾਂ ਨੂੰ ਮਾਰਿਆ, ਉਹ ਇਸ ਅਖੀਰਲੇ ਸ਼ਬਦ ਦੇ ਅੰਦਰ ਸਤਿਗੁਰੂ ਫਰਮਾ ਰਹੇ ਹਨ। ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਜੋ ਉਹ ਪਰਮੇਸ਼ਰ ਅਦਵੈਤ ਸਰੂਪ ਇੱਕ ਸਰੂਪ ਓੰਕਾਰ ਸਰਬ ਦਾ ਪ੍ਰਕਾਸ਼ਕ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਸ਼੍ਰੀ ਵਾਹਿਗੁਰੂ, ਸ੍ਰੀ ਜੋ ਸੁਭਾਏਮਾਨ ਸ੍ਰੇਸ਼ਟ ਜੋ ਵਾਹਿਗੁਰੂ ਪਰਮੇਸ਼ਰ ਹੈ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ, ਜਿਹੜੀ ਫਤਿਹ ਹੈ ਉਹ ਸਦਾ ਹੀ ਵਾਹਿਗੁਰੂ ਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਨੂੰ ਵੀ ਫਤਿਹ ਦੀ ਬਖਸ਼ਿਸ਼ ਕੀਤੀ ਨਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਖਾਲਸਾ ਸਜਿਆ ਹੈ ਇਹ ਵੀ ਵਾਹਿਗੁਰੂ ਦਾ ਹੈ, ਇਹ ਜੋ ਫਤਿਹ ਹੈ ਹੋਈ ਹੈ ਅਤੇ ਜੋ ਹੋਵੇਗੀ ਇਹ ਵੀ ਵਾਹਿਗੁਰੂ ਦੀ ਹੀ ਸਦਾ ਫਤਿਹ ਹੈ। ਪਾਤਸ਼ਾਹੀ ਦਸਵੀਂ ਚੌਪਈ। ਪਾਤਸ਼ਾਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾ ਰਹੇ ਹਨ ਚੌਪਈ ਛੰਦ ਦੇ ਅੰਦਰ। ਪੁੰਨ ਰਾਖਸ਼ ਕਾ ਕਾਟਾ ਸੀਸਾ। ਪੁੰਨ ਭਾਵ ਹੁਣ ਫਿਰ ਅਖੀਰ ਜੋ ਰਾਖਸ਼ ਕਾ ਕਾਟਾ ਸੀਸਾ ਕਿ ਉਸ ਮਹਾਕਾਲ ਪਰਮੇਸ਼ਰ ਨੇ ਅਖੀਰ ਤੇ ਫਿਰ ਉਸ ਰਾਖਸ਼ ਦਾ ਸਿਰ ਕੱਟ ਦਿੱਤਾ। ਸ਼੍ਰੀ ਅਸਕੇਤ ਜਗਤ ਕੇ ਈਸਾ। ਸ਼੍ਰੀ ਜੋ ਸੁਭਾਏਮਾਨ ਸ੍ਰੇਸ਼ਟ ਪਰਮੇਸ਼ਰ ਅਸਕੇਤ ਕਿਰਪਾਨ ਦੀ ਤੁਜਾ ਵਾਲਾ ਜੋ ਪਰਮੇਸ਼ਰ ਜਗਤ ਕੇ ਈਸਾ ਜਗਤ ਦਾ ਜੋ ਮਾਲਕ ਹੈ ਉਹ ਪਰਮੇਸ਼ਰ ਉਸ ਨੇ ਐਸਾ ਕੌਤਕ ਕਰਨਾ ਕੀਤਾ। ਪਹੁਪਨ ਬ੍ਰਿਸ਼ਟ ਗਗਨ ਤੇ ਭਈ। ਅਸਮਾਨ ਤੋਂ ਫਿਰ ਜਿਸ ਸਮੇਂ ਰਾਖਸ਼ਾਂ ਦਾ ਸਿਰ ਕੱਟਿਆ ਗਿਆ ਮਹਾਕਾਲ ਦੀ ਜਿੱਤ ਹੋਈ ਤਾਂ ਉਸ ਸਮੇਂ ਫਿਰ ਦੇਵਤਿਆਂ ਨੇ ਆਕਾਸ਼ ਤੋਂ ਫੁੱਲਾਂ ਦੀਆਂ ਵਰਖਾ ਕੀਤੀਆਂ। ਸਭਹੀਨ ਆਨ ਵਧਾਈ ਦਈ। ਸਭਹੀਨ ਆਨ ਵਧਾਈ ਦਈ, ਸਾਰਿਆਂ ਨੇ ਫਿਰ ਉਸ ਮਹਾਕਾਲ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਕਿ ਤੁਸੀਂ ਉਸ ਰਾਖਸ਼ਾਂ ਨੂੰ ਦੁਸ਼ਟਾਂ ਨੂੰ ਮਾਰਨਾ ਕੀਤਾ ਹੈ। ਧੰਨ ਧੰਨ ਲੋਗਨ ਕੇ ਰਾਜਾ। ਹੇ ਲੋਕਾਂ ਦੇ ਰਾਜਾ, ਹੇ ਪਰਮੇਸ਼ਰ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਸਾਰੇ ਇਸ ਪ੍ਰਕਾਰ ਕਹਿਣ ਲੱਗੇ ਹਨ। ਦੁਸ਼ਟਨ ਦਾਹ ਗਰੀਬ ਨਿਵਾਜ਼ਾ। ਦੁਸ਼ਟਨ ਦਾਹ ਦੁਸ਼ਟਾਂ ਨੂੰ ਦਾਹ ਕਰਨ ਵਾਲਾ ਖਤਮ ਕਰਨ ਵਾਲੇ ਹੇ ਪਰਮੇਸ਼ਰ ਗਰੀਬ ਨਿਵਾਜ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ। ਇਸ ਪ੍ਰਕਾਰ ਤੁਸੀਂ ਰਾਖਸ਼ਾਂ ਨੂੰ ਮਾਰ ਕੇ ਤੇ ਗਰੀਬਾਂ ਨੂੰ ਨਿਵਾਜਿਆ ਹੈ, ਤੁਸੀਂ ਦੁਸ਼ਟਾਂ ਦਾ ਦਾਹ ਖਾਤਮਾ ਕੀਤਾ ਹੈ। ਅਖਲ ਭਵਨ ਕੇ ਸਿਰਜਣਹਾਰੇ। ਅਖਲ ਭਾਵ ਸਾਰੇ ਭਵਨ ਸ੍ਰਿਸ਼ਟੀ ਨੂੰ ਸਿਰਜਣਹਾਰੇ। ਹੇ ਪਰਮੇਸ਼ਰ ਤੁਸੀਂ ਸਾਰੀ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਸਿਰਜਣਹਾਰੇ ਹੋ। ਦਾਸ ਜਾਨ ਮਹਿ ਹੋ ਉਬਾਰੇ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਚਨ ਕਰ ਰਹੇ ਹਨ ਕਿ ਮੈਨੂੰ ਵੀ ਆਪਣਾ ਦਾਸ ਜਾਣ ਕੇ ਤੇ ਉਬਾਰੇ ਕਿ ਜਿਸ ਪ੍ਰਕਾਰ ਨਾਲ ਪਹਾੜੀ ਰਾਜੇ ਅਤੇ ਔਰੰਗਜ਼ੇਬ ਇਹ ਵੀ ਦੁਸ਼ਟ ਰਾਖਸ਼ ਦੀ ਨਿਆਈ ਤੇ ਮੈਨੂੰ ਵੀ ਇਹਨਾਂ ਤੋਂ ਆਪਣਾ ਹੱਥ ਦੇ ਕੇ ਬਚਾਉਣਾ ਕਰੋ। ਪੁੰਨ ਰਾਖਸ਼ ਕਾ ਕਾਟਾ ਸੀਸਾ। ਇਸੇ ਪ੍ਰਕਾਰ ਨਾਲ ਸਾਧ ਸੰਗਤ ਇਹ ਜੋ ਅਰਥ ਸਨ, ਇਹ ਜੋ ਪ੍ਰਕਰਣ ਚੱਲ ਰਿਹਾ ਸੀ 405ਵੇਂ ਚਰਿੱਤਰ ਦਾ ਜੋ ਜੰਗ ਯੁੱਧ ਦਾ ਪ੍ਰਕਰਣ ਚੱਲ ਰਿਹਾ ਸੀ ਉਸ ਦੇ ਉਸ ਅਨੁਸਾਰ ਇਹ ਅਰਥ ਸਨ। ਅਤੇ ਸਾਧ ਸੰਗਤ ਹੁਣ ਅੰਤਰੀਵ ਅਰਥ ਜੋ ਸੋਦਰ ਰਹਿਰਾ ਸਾਹਿਬ ਦੇ ਅੰਦਰ ਜੋ ਪ੍ਰਸੰਗ ਚੱਲ ਰਿਹਾ ਹੈ ਉਸ ਦੇ ਅਨੁਸਾਰ ਸਰਵਣ ਕਰਨਾ ਕਰੀਏ। ਪੁੰਨ ਰਾਖਸ਼ ਕਾ ਕਾਟਾ ਸੀਸਾ। ਹੁਣ ਅਖੀਰ ਤੇ ਫਿਰ ਰਾਖਸ਼ ਜਿਹੜੇ ਕਾਮ ਕ੍ਰੋਧ ਲੋਭ ਮੋਹ ਤ੍ਰਿਸ਼ਨਾ ਮਾਇਆ ਇਹ ਜੋ ਰਾਖਸ਼ ਰੂਪ ਵੈਰੀ ਹਨ ਨਾ ਕਾਟਾ ਸੀਸਾ ਇਹਨਾਂ ਨੂੰ ਪਰਮੇਸ਼ਰ ਨੇ ਮਾਰਨਾ ਕੀਤਾ, ਖਤਮ ਕਰ ਦਿੱਤੇ। ਜਿਸ ਪ੍ਰਕਾਰ ਨਾਲ
ਜੋ ਪਿਛਲੇ ਸ਼ਬਦ 'ਚ ਆਪਾਂ ਬੇਨਤੀ ਕਰਕੇ ਆਏ ਹਾਂ ਨਾ ਸਤਿਗੁਰਾਂ ਅੱਗੇ ਕਿ ਸ਼ਰਨ ਪਰੇ ਕੀ ਰੱਖੋ ਸਰਮਾ, ਕਿ ਇਹ ਸਤਿਗੁਰੂ ਇਹ ਪਰਮੇਸ਼ਰ ਅਸੀਂ ਤੁਹਾਡੀ ਸ਼ਰਣੀ ਪਏ ਹਾਂ ਤੇ ਸਾਡੀ ਲਾਜ ਰੱਖ ਲਓ, ਸਾਨੂੰ ਆਪਣੇ ਚਰਨਾਂ ਵਿੱਚ ਰੱਖ ਕੇ ਤੇ ਸਾਨੂੰ ਬਚਾ ਲਵੋ ਦੁਸ਼ਟਾਂ ਦੈਂਤਾਂ ਤੋਂ। ਤਾਂ ਫਿਰ ਹੁਣ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਪੁੰਨ ਰਾਛਸ ਕਾ, ਤੇ ਅੰਤ ਫਿਰ ਜਿਹੜੇ ਇਸ ਪ੍ਰਕਾਰ ਨਾਲ ਸਤਿਗੁਰਾਂ ਪਾਸ ਬੇਨਤੀ ਕਰਦੇ ਹਨ ਨਾ, ਸਤਿਗੁਰਾਂ ਦੀ ਸ਼ਰਨ ਆਉਂਦੇ ਹਨ, ਸਤਿਗੁਰਾਂ ਦੀ ਸੰਗਤ ਵਿੱਚ ਆਉਂਦੇ ਹਨ, ਉਹ ਇਸ ਪ੍ਰਕਾਰ ਬੇਨਤੀ ਕਰਦੇ ਹਨ, ਫਿਰ ਉਹਨਾਂ ਦਾ ਸਤਿਗੁਰੂ ਪੁੰਨ ਰਾਛਸ ਕਾ ਕਾਟਾ ਸੀਸਾ, ਉਹਨਾਂ ਦੀ ਜਿਹੜੇ ਰਾਖਸ਼ਸ ਮਨ ਦੇ ਅੰਦਰ ਜਿਹੜੇ ਰਾਖਸ਼ਸ ਬੈਠੇ ਹਨ, ਲੁੱਟ ਹੈ ਨੀਤ ਨੀਤ, ਮਾਰ ਹੈ ਕੁੱਟ ਹੈ ਨੀਤ ਨੀਤ, ਵਾਹਿਗੁਰੂ ਇਸ ਪ੍ਰਕਾਰ ਜੋ ਇਹ ਮਾਰ ਰਹੇ ਹਨ, ਲੁੱਟ ਰਹੇ ਹਨ ਜੀਵ ਨੂੰ ਨਿਤ ਨਿਤ, ਜਿਹੜੇ ਵੈਰੀ ਹਨ ਪੰਜੇ ਹੀ, ਇਸ ਐਸੇ ਰਾਖਸ਼ਾਂ ਨੂੰ ਉਸ ਪਰਮੇਸ਼ਰ ਨੇ ਕਾਟਾ ਸੀਸਾ ਮਾਰਨਾ ਕੀਤਾ ਹੈ, ਖਤਮ ਕਰ ਦਿੱਤੇ ਹਨ ਜੀਵ ਦੇ ਅੰਦਰੋਂ। ਸ਼੍ਰੀ ਅਸਕੇਤ ਜਗਤ ਕੇ ਈਸਾ, ਸ੍ਰੀ ਅਸਕੇਤ ਜੋ ਸ੍ਰੀ ਸੁਭਾਏਮਾਨ ਅਸਕੇਤ ਕਿਰਪਾਨ ਦੀ ਤੁਜਾ ਵਾਲਾ ਜੋ ਪਰਮੇਸ਼ਰ ਜਗਤ ਕੇ ਈਸਾ, ਜਗਤ ਦਾ ਮਾਲਕ ਹੈ ਪਰਮੇਸ਼ਰ, ਤੁਸੀਂ ਐਸੀ ਕਿਰਪਾ ਕਿਰਨਾ ਕੀਤੀ ਹੈ। ਬਹੁਪਨ ਬ੍ਰਿਸ਼ਟ ਗਗਨ ਤੇ ਭਈ, ਇਸ ਪ੍ਰਕਾਰ ਨਾਲ ਜਿਹੜੇ ਜੀਵ ਦੇ ਅੰਦਰੋਂ ਫਿਰ ਇਹ ਪੰਜੇ ਵਿਕਾਰ ਮਰ ਜਾਂਦੇ ਹਨ ਨਾ, ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ। ਫਿਰ ਬਹੁਪਨ ਬ੍ਰਿਸ਼ਟ ਗਗਨ ਤੇ ਭਈ, ਫਿਰ ਉਸ ਦੇ ਅੰਦਰ ਜਿਹੜੀ ਫੁੱਲਾਂ ਦੀ ਵਰਖਾ ਹੁੰਦੀ ਹੈ ਨਾ, ਨਾਮ ਰੂਪੀ ਫੁੱਲਾਂ ਦੀ ਝੜੀ ਲੱਗ ਜਾਂਦੀ ਹੈ, ਵਰਖਾ ਹੋਣ ਲੱਗ ਪੈਂਦੀ ਹੈ। ਸਭਹੀਨ ਆਣ ਵਧਾਈ ਦਈ, ਫਿਰ ਸਾਰੇ ਆਣ ਕੇ ਉਸ ਜੀਵ ਨੂੰ ਵਧਾਈਆਂ ਦਿੰਦੇ ਹਨ। ਜਿਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਹਨ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਕਿ ਸਤਿਗੁਰਾਂ ਨੂੰ ਮੈਂ ਪਾਲਿਆ ਤੇ ਆਨੰਦ ਵਾਜੇ ਵਜਣ ਲੱਗ ਪਏ ਤੇ ਮੈਨੂੰ ਵਧਾਈਆਂ ਮਿਲਣ ਲੱਗੀਆਂ। ਇਸ ਪ੍ਰਕਾਰ ਨਾਲ ਫਰਮਾਉਂਦੇ ਹਨ ਸਤਿਗੁਰੂ ਕਿ ਸਭ ਨੇ ਆਣ ਵਧਾਈ ਦੇਵੇ, ਸਾਰੇ ਉਸ ਜੀਵ ਨੂੰ ਧਨਤਾ ਕਹਿੰਦੇ ਹਨ, ਵਧਾਈਆਂ ਦਿੰਦੇ ਹਨ। ਧੰਨ ਧੰਨ ਲੋਗਨ ਕੇ ਰਾਜਾ, ਹੇ ਲੋਕਾਂ ਦੇ ਰਾਜਾ ਪਰਮੇਸ਼ਰ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਇਸ ਪ੍ਰਕਾਰ ਨਾਲ ਉਹ ਜੀਵ ਜਿਸ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਫਿਰ ਉਹ ਧੰਨ ਧੰਨ ਕਰਨ ਲੱਗ ਪੈਂਦਾ ਹੈ। ਦੁਸ਼ਟਨ ਦਾਹ ਗਰੀਬ ਨਿਵਾਜਾ, ਦੁਸ਼ਟਨ ਦਾਹ, ਇਹ ਸਤਿਗੁਰੂ ਤੁਸੀਂ ਦੁਸ਼ਟਾਂ ਨੂੰ ਦਾਹ ਮਾਰਨ ਵਾਲੇ ਹੋ। ਤੁਸੀਂ ਜਿਹੜੇ ਜੀਵ ਦੇ ਅੰਦਰ ਦੁਸ਼ਟ ਹਨ, ਪੰਜ ਚੋਰ ਵੈਰੀ ਹਨ, ਜੋ ਤ੍ਰਿਸ਼ਨਾ ਮਨੁੱਖ ਨੂੰ ਚਿੰਬੜੀ ਹੈ, ਜੋ ਮੋਹ ਸੰਸਾਰ ਦਾ ਚਿੰਬੜਿਆ ਹੈ ਮਨੁੱਖ ਨੂੰ, ਉਹਨਾਂ ਨੂੰ ਤੁਸੀਂ ਮਾਰਨ ਵਾਲੇ ਹੋ, ਭਾਵ ਤੁਸੀਂ ਹੀ ਸਮਰੱਥ ਹੋ ਇਸ ਦੇ। ਦੁਸ਼ਟਨ ਦਾਹ ਤੇ ਗਰੀਬ ਨਿਵਾਜਾ, ਅਸੀਂ ਸ਼ਰਨ ਆਏ ਹਨ, ਸ਼ਰਨ ਪਰੇ ਕੀ ਰੱਖੋ ਸਰਮਾ, ਅਸੀਂ ਗਰੀਬ ਹੋਣ ਕਰਕੇ ਸਤਿਗੁਰੂ ਪਰਮੇਸ਼ਰ ਤੁਹਾਡੀ ਸ਼ਰਨ ਆਏ ਹਾਂ ਤੇ ਤੁਸੀਂ ਗਰੀਬ ਨਿਵਾਜ ਹੋ, ਤੁਸੀਂ ਗਰੀਬਾਂ ਨੂੰ ਨਿਵਾਜਦੇ ਹੋ। ਇਸ ਪ੍ਰਕਾਰ ਨਾਲ ਤੁਸੀਂ ਦੁਸ਼ਟਾਂ ਨੂੰ ਖਤਮ ਕਰਦੇ ਹੋ ਜਿਹੜੇ ਤੁਹਾਡੀ ਸ਼ਰਨ ਆਉਂਦੇ ਹਨ। ਅਖਲ ਭਵਨ ਕੇ ਸਿਰਜਨ ਹਾਰੇ, ਇਹ ਪਰਮੇਸ਼ਰ ਤੁਸੀਂ ਹੀ ਅਖਲ ਭਵਨ, ਸਾਰੀ ਹੀ ਸ੍ਰਿਸ਼ਟੀ ਨੂੰ ਸਿਰਜਣ ਹਾਰੇ ਹੋ, ਤੁਸੀਂ ਹੀ ਇਹਨੂੰ ਬਣਾਉਣ ਵਾਲੇ ਹੋ। ਦਾਸ ਜਾਨ ਮਹਿ ਲਿਹੋ ਉਬਾਰੇ, ਤੇ ਆਪਾਂ ਵੀ ਸਤਿਗੁਰੂ ਜਿਸ ਪ੍ਰਕਾਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਹੈ ਨਾ, ਉਸੇ ਪ੍ਰਕਾਰ ਨਾਲ ਆਪਾਂ ਬੇਨਤੀਆਂ ਕਰਨੀਆਂ ਹਨ ਸਤਿਗੁਰਾਂ ਅੱਗੇ ਕਿ ਦਾਸ ਜਾਣ, ਕਿ ਸਾਨੂੰ ਆਪਣਾ ਦਾਸ ਕਿਰਮ ਜਾਣ ਕਰਕੇ ਲੇਹ ਉਬਾਰੇ, ਤੇ ਇਸ ਸੰਸਾਰ ਸਮੁੰਦਰ ਤੋਂ, ਭਵ ਜਲ ਜਿਹੜਾ ਭੈ ਦਾ ਇੱਕ ਸਮੁੰਦਰ ਹੈ, ਇਸ ਤੋਂ ਕਿਰਪਾ ਕਰਕੇ ਸਾਨੂੰ ਪਾਰ ਕਰਨਾ ਕਰੋ। ਕਬਿਓ ਬਾਅਦ ਚ ਬੇਨਤੀ ਚੌਪਈ, ਇਹ ਸਤਿਗੁਰੂਆਂ ਨੇ ਬਖਸ਼ਿਸ਼ ਕੀਤੀ ਹੈ। ਜੋ 405ਵੇਂ ਚਰਿੱਤਰ ਦੇ ਅਖੀਰ ਦੇ ਉੱਪਰ ਇਹ ਜੋ ਬਚਨ ਆਏ ਸਨ ਉਹ ਹੁਣ ਸੰਪੂਰਨ ਹੁੰਦੇ ਹਨ, ਅਤੇ ਜੋ 405ਵੇਂ ਚਰਿੱਤਰ ਦੀ ਜਿਹੜੀ ਕਥਾ ਸੀ ਉਹ ਸੰਪੂਰਨ ਹੋ ਗਈ ਹੈ। ਤੇ ਇਸ ਤੋਂ ਉਪਰੰਤ ਜੋ ਕਬਿਓ ਬਾਚ ਬੇਨਤੀ, ਜੋ ਬੇਨਤੀ ਰੂਪ ਅੰਦਰ ਪਰਮੇਸ਼ਰ ਦੇ ਅੱਗੇ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਬੇਨਤੀ ਰੂਪ ਵਿੱਚ ਜੋ ਚੌਪਈ ਛੰਦ ਉਚਾਰਨ ਕੀਤਾ, ਇਹ ਜੋ ਚਰਿੱਤਰਾਂ ਦੇ 405 ਚਰਿੱਤਰ ਸੰਪੂਰਨ ਹੋ ਗਏ, ਉਸ ਤੋਂ ਅਖੀਰ ਤੇ ਇਹ ਜਿਹੜਾ ਬਾਣੀ ਹੈ, ਜਿਹੜੀ ਗੁਰਬਾਣੀ ਹੈ ਚੌਪਈ ਸਾਹਿਬ, ਇਹ ਉੱਥੇ ਦਰਜ ਹੈ। ਸੋ ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਜੋ ਇਸ ਚੌਪਈ ਗੁਰਬਾਣੀ ਦੇ ਦੁਆਰਾ ਜੋ ਪਰਮੇਸ਼ਰ ਦਾ ਆਸ਼ੀਰਵਾਦਾਤਮਕ ਮੰਗਲ ਕੀਤਾ ਹੈ। ਸਾਧ ਸੰਗਤ ਵਿਦਵਾਨਾਂ ਨੇ 3 ਪ੍ਰਕਾਰ ਦੇ ਮੰਗਲ ਮੰਨੇ ਹਨ। ਮੰਗਲ ਹੁੰਦਾ ਹੈ ਭਾਵ ਜੋ ਸਤਿਗੁਰਾਂ ਦੀ ਉਸਤਤੀ ਅੰਦਰ ਕੋਈ ਬਚਨ ਉਚਾਰਨ ਕਰਨੇ। ਸੋ ਮੰਗਲ ਪਹਿਲਾ ਹੈ ਜੀ ਨਮਸਕਾਰਾਤਮਕ ਮੰਗਲ, ਕਿ ਉਸ ਪਰਮੇਸ਼ਰ ਨੂੰ ਨਮਸਕਾਰ ਕਰਨੀ। ਜਿਸ ਪ੍ਰਕਾਰ ਨਾਲ ਗੁਰਬਾਣੀ ਅੰਦਰ ਸਤਿਗੁਰਾਂ ਨੇ ਬਚਨ ਫਰਮਾਇਆ ਨਾ, ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਕਿ ਇਹਨਾਂ 2 ਪੰਕਤੀਆਂ ਦੇ ਅੰਦਰ ਪਰਮੇਸ਼ਰ ਦੇ 3 ਮੰਗਲ ਕਰ ਦਿੱਤੇ।
ਜਿਸ ਪ੍ਰਕਾਰ ਨਾਲ ਡੰਡੌਤ ਬੰਧਨ ਨਿਕਬਾਰ ਕੇ ਪਰਮੇਸ਼ਰ ਮੈਂ ਤੁਹਾਡੇ ਅੱਗੇ ਡੰਡਵਤ ਡੰਡੇ ਦੀ ਵਾਂਗ ਡੰਡੌਤ ਮੱਥਾ ਟੇਕਦਾ ਹਾਂ। ਇਸ ਪ੍ਰਕਾਰ ਨਾਲ ਇਹ ਹੁੰਦਾ ਹੈ ਜੀ ਨਮਸਕਾਰਾਤਮਕ ਮੰਗਲ, ਕਿ ਪਰਮੇਸ਼ਰ ਨੂੰ ਸਤਿਗੁਰੂ ਨੂੰ ਨਮਸਕਾਰ ਕਰਨੀ, ਡੰਡੌਤ ਬੰਦਨਾ ਕਰਨੀ, ਕਿ ਮੈਂ ਤੁਹਾਨੂੰ ਅਨੇਕਾਂ ਵਾਰ ਮੱਥਾ ਟੇਕਦਾ, ਬੰਦਨਾ ਕਰਦਾ, ਨਮਸਕਾਰ ਕਰਦਾ ਹਾਂ। ਇਹ ਨਮਸਕਾਰਾਤਮਕ ਮੰਗਲ। ਅਤੇ ਦੂਸਰੀ ਪੰਕਤੀ ਵਿੱਚ ਸਰਬ ਕਲਾ ਸਮਰੱਥ, ਕਿ ਹੇ ਪਰਮੇਸ਼ਰ ਤੁਸੀਂ ਸਰਬ ਕਲਾ, ਸਾਰੀਆਂ ਹੀ ਕਲਾ ਦੇ ਸਮਰੱਥ ਹੋ, ਹਰ ਇੱਕ ਚੀਜ਼ ਦੇ ਯੋਗ ਹੋ, ਕਰਨ ਯੋਗ ਹੋ ਤੁਸੀਂ। ਇਹ ਹੁੰਦਾ ਹੈ ਜੀ ਵਸਤੂ ਨਿਰਦੇਸ਼ ਮੰਗਲ। ਵਸਤੂ ਹੋ ਗਈ ਬ੍ਰਹਮ, ਤੇ ਨਿਰਦੇਸ਼ ਵੀ ਉਸ ਦਾ ਇਸ਼ਾਰਾ ਕਰਕੇ ਤੇ ਉਸ ਦਾ ਵਿਖਿਆਨ ਕਰਕੇ ਉਸ ਦਾ ਮੰਗਲ ਕਰਨਾ, ਕਿ ਜੋ ਸਰਬ ਕਲਾ ਕੇ ਉਹ ਪਰਮੇਸ਼ਰ ਹੈ, ਉਹ ਸਰਬ ਕਲਾ ਸਮਰੱਥ ਹੈ। ਇਸ ਪ੍ਰਕਾਰ ਨਾਲ ਉਸ ਦਾ ਜੋ ਵਸਤੂ ਨਿਰਦੇਸ਼ ਮੰਗਲ ਕੀਤਾ। ਤੇ ਅੱਗੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਕਿ ਸਾਨੂੰ ਇਹ ਵਿਸ਼ਿਆ ਵਿਕਾਰਾਂ ਵਿੱਚ ਡੋਲਣ ਤੋਂ ਤੁਸੀਂ ਬਚਾ ਲਵੋ, ਆਪਣਾ ਹੱਥ ਦੇ ਕੇ ਸਾਨੂੰ ਰੱਖ ਲਵੋ। ਇਹ ਸਤਿਗੁਰਾਂ ਨੇ ਜੋ ਆਸ਼ੀਰਵਾਦਾਤਮਕ ਮੰਗਲ ਕੀਤਾ, ਕਿ ਜੋ ਪਰਮੇਸ਼ਰ ਤੋਂ ਆਸ਼ੀਰਵਾਦ ਮੰਗਣਾ ਹੈ, ਕਿ ਸਾਨੂੰ ਰੱਖ ਲਵੋ, ਆਸ਼ੀਰਵਾਦ ਦਿਓ ਕਿ ਅਸੀਂ ਇਹਨਾਂ ਵਿੱਚ ਨਾ ਡੋਲੀਏ, ਤੇ ਆਪਣਾ ਹੱਥ ਦੇ ਕੇ ਸਾਨੂੰ ਰੱਖ ਲਵੋ। ਇਸ ਪ੍ਰਕਾਰ ਨਾਲ ਜੋ ਆਸ਼ੀਰਵਾਦਾਤਮਕ ਮੰਗਲ, ਇਹ 3 ਪ੍ਰਕਾਰ ਦੇ ਮੰਗਲ ਸਤਿਗੁਰਾਂ ਨੇ 2 ਪੰਕਤੀਆਂ ਦੇ ਵਿੱਚ ਹੀ ਕੀਤੇ। ਜੋ ਇਹ ਜੋ ਪਵਿੱਤਰ ਗੁਰਬਾਣੀ ਚੌਪਈ ਸਾਹਿਬ, ਇਸ ਦੇ ਅੰਦਰ ਸਤਿਗੁਰਾਂ ਨੇ ਉਹ ਜੋ ਪਰਮੇਸ਼ਰ ਦਾ ਆਸ਼ੀਰਵਾਦਾਤਮਕ ਮੰਗਲ ਕੀਤਾ ਹੈ, ਪਰਮੇਸ਼ਰ ਅੱਗੇ ਬੇਨਤੀ ਕੀਤੀ ਹੈ ਕਿ ਸਾਡੇ ਜਿਹੜੇ ਦੁਸ਼ਟ ਹਨ, ਵੈਰੀ ਹਨ, ਇਹਨਾਂ ਨੂੰ ਮਾਰਨਾ ਕਰੋ, ਸਾਡੇ ਪਰਿਵਾਰ ਨੂੰ, ਸਾਨੂੰ ਜੋ ਸੁੱਖ, ਜੋ ਕਿਰਪਾ ਕਰੋ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰੋ। ਇਹ ਜੋ ਪਰਮੇਸ਼ਰ ਅੱਗੇ ਆਸ਼ੀਰਵਾਦ ਮੰਗਦੇ ਹੋਏ ਪਰਮੇਸ਼ਰ ਅੱਗੇ ਇਹ ਜੋ ਮੰਗਲ ਕੀਤਾ ਹੈ। ਤੇ ਇਸੇ ਪ੍ਰਕਾਰ ਨਾਲ ਜਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਰਮੇਸ਼ਰ ਅੱਗੇ ਬੇਨਤੀਆਂ ਕੀਤੀਆਂ ਹਨ, ਸਾਨੂੰ ਵੀ ਇਹ ਸਿੱਖਿਆ ਦਿੱਤੀ ਹੈ ਕਿ ਸਿੱਖ ਨੇ ਵੀ ਇਸੇ ਪ੍ਰਕਾਰ ਹੀ ਪਰਮੇਸ਼ਰ ਅੱਗੇ ਜੋ ਬੇਨਤੀਆਂ ਕਰਨੀਆਂ ਹਨ। ਕਿਉਂਕਿ ਆਪਾਂ ਤਾਂ ਊਲ ਫਜ਼ੂਲ ਹੀ ਮੰਗੀ ਜਾ ਰਹੇ ਹਾਂ ਨਾ, ਵੀ ਜੋ ਇੱਥੇ ਹੀ ਰਹਿ ਜਾਣਾ, ਇਹੀ ਜੋ ਦਾਤਾਂ ਸੰਸਾਰ ਦੀਆਂ ਦਾਤਾਂ ਹੀ ਮੰਗਦੇ ਹਾਂ। ਜਿਹੜੀ ਸ੍ਰੇਸ਼ਟ ਦਾਤ ਮੰਗਣ ਵਾਲੀ ਸੀ ਉਹ ਤਾਂ ਕਦੀ ਮੰਗੀ ਹੋਈ ਨਹੀਂ ਆਪਾਂ, ਕਿ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ, ਵੀ ਮੰਗਣਾ ਤਾਂ ਉਹ ਪਰਮੇਸ਼ਰ ਦਾ ਸੱਚਾ ਨਾਮ ਸੀ, ਵੀ ਤੁਸੀਂ ਆਪਣਾ ਨਾਮ ਬਖਸ਼ਿਸ਼ ਕਰੋ, ਵੀ ਤੁਸੀਂ ਤਰੁੱਠ ਕਰਕੇ ਸਾਨੂੰ ਦੇਵੋ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਕਿਹਾ ਕਿ ਜਿਹੜੀ ਸ੍ਰੇਸ਼ਟ ਮੰਗ ਹੈ ਨਾ, ਉਹ ਮੰਗਣੀ ਚਾਹੀਦੀ ਹੈ ਪਰਮੇਸ਼ਰ ਪਾਸੋਂ। ਅਤੇ ਸਾਨੂੰ ਕਿਰਪਾ ਕਰੋ, ਦੁਸ਼ਟਾਂ ਨੂੰ ਮਾਰਨ ਦੀ ਵੀ ਮੰਗ ਇਸ ਦੇ ਵਿੱਚ ਸਤਿਗੁਰਾਂ ਨੇ ਦਰਸਾਈ ਹੈ, ਕਿ ਸਾਡੇ ਜਿਹੜੇ ਦੁਸ਼ਟ ਹੈ ਉਹਨਾਂ ਨੂੰ ਵੀ ਮਾਰਨਾ ਕਰੋ, ਤੇ ਸਾਨੂੰ ਨਾਮ ਦੀ ਵੀ ਦਾਤ ਬਖਸ਼ੋ। ਇਸ ਪ੍ਰਕਾਰ ਨਾਲ ਜੋ ਆਸ਼ੀਰਵਾਦਾਤਮਕ ਮੰਗਲ, ਆਸ਼ੀਰਵਾਦ ਮੰਗਦੇ ਹੋਏ ਪਰਮੇਸ਼ਰ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ। ਕਿਉਂਕਿ ਫਿਰ ਆਪਾਂ ਜੋ ਦਾਤਾਂ ਮੰਗਣੀਆਂ ਹਨ ਸਤਿਗੁਰਾਂ ਪਾਸੋਂ ਹੀ ਮੰਗਣੀਆਂ ਹਨ ਨਾ, ਕਿ ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਕਿ ਹੇ ਪਰਮੇਸ਼ਰ ਮੈਂ ਤੁਹਾਡੇ ਤੋਂ ਹੀ ਸਾਰੀਆਂ ਦਾਤਾਂ ਮੰਗਦਾ ਹਾਂ, ਤੁਸੀਂ ਹੀ ਸਾਰੀਆਂ ਦਾਤਾਂ ਦੇ ਦੇਣ ਵਾਲੇ ਹੋ। ਜਿਸ ਸਮੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ ਇੱਕ ਬਜ਼ੁਰਗ ਮਾਈ ਆਈ ਸੀ, ਤੇ ਉਸਨੇ ਕਿਹਾ ਵੀ ਸਤਿਗੁਰੂ ਮੇਰੇ ਕੋਲ ਪੁੱਤਰ ਨਹੀਂ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਉਸ ਸਮੇਂ ਸਤਿਗੁਰਾਂ ਨੇ ਇਸ ਵੱਲ ਦੇਖ ਕਰਕੇ ਕਿਹਾ ਸੀ ਵੀ ਤੇਰੇ ਮਸਤਕ ਦੇ ਉੱਪਰ ਜੋ ਪੁੱਤਰ ਨਹੀਂ ਲਿਖਿਆ, ਤੈਨੂੰ ਨਹੀਂ ਪ੍ਰਾਪਤ ਹੋ ਸਕਦਾ। ਤੇ ਇਸ ਪ੍ਰਕਾਰ ਉਹ ਉਦਾਸ ਹੋ ਕਰਕੇ ਜਿਸ ਸਮੇਂ ਜਾ ਰਹੀ ਸੀ, ਤਾਂ ਕਿਸੇ ਸਿੱਖ ਨੇ ਫਿਰ ਉਸ ਦਾ ਚਿਹਰਾ ਮੁਰਝਾਇਆ ਹੋਇਆ ਦੇਖਿਆ ਤੇ ਪੁੱਛਿਆ ਵੀ ਮਾਈ ਕੀ ਗੱਲ ਹੈ। ਉਹ ਕਹਿਣ ਲੱਗੀ ਕਿ ਇਸ ਪ੍ਰਕਾਰ ਨਾਲ ਸਤਿਗੁਰਾਂ ਅੱਗੇ ਮੈਂ ਬੇਨਤੀ ਕਰਨ ਆਈ ਸਾਂ, ਤੇ ਸਤਿਗੁਰੂ ਕਹਿੰਦੇ ਵੀ ਤੇਰੇ ਲੇਖਾ ਵਿੱਚ ਹੀ ਹੈ ਨਹੀਂ ਪੁੱਤਰ। ਤੇ ਫਿਰ ਉਸ ਗੁਰਸਿੱਖ ਜੁਗਤੀਆਂ ਦੱਸਦੇ ਹੁੰਦੇ ਹਨ ਨਾ, ਵੀ ਕਿਸ ਪ੍ਰਕਾਰ ਨਾਲ ਸਤਿਗੁਰਾਂ ਤੋਂ ਮੰਗ ਕਰਨੀ ਹੈ। ਉਸ ਨੇ ਫਿਰ ਜੁਗਤੀ ਦੱਸ ਦਿੱਤੀ, ਤੇ ਉਸੇ ਪ੍ਰਕਾਰ ਨਾਲ ਜੋ ਮਾਈ ਅਗਲੇ ਦਿਨ ਆ ਗਈ, ਤੇ ਜਿਸ ਸਮੇਂ ਸਤਿਗੁਰੂ ਘੋੜੇ ਤੇ ਬੈਠ ਕਰਕੇ ਜਾਣ ਹੀ ਲੱਗੇ ਸਨ, ਉਸ ਮਾਈ ਨੇ ਆਣ ਕਰਕੇ ਉਸ ਸਿੱਖ ਦੇ ਕਹੇ ਅਨੁਸਾਰ ਜੋ ਇੱਕ ਕਾਗਜ਼ ਤੇ ਕਲਮ ਸਤਿਗੁਰਾਂ ਨੂੰ ਫੜਾ ਦਿੱਤੀ, ਤੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੀ ਕਿ ਸਤਿਗੁਰੂ ਮਸਤਕ ਤੇ ਉਦੋਂ ਵੀ ਤੁਸੀਂ ਹੀ ਲਿਖਣਾ ਸੀ, ਤੇ ਜੇ ਉਦੋਂ ਰਹਿ ਗਿਆ ਤਾਂ ਹੁਣ ਕਿਰਪਾ ਕਰਕੇ ਹੁਣ ਲਿਖ ਦਿਓ, ਹੁਣ ਵੀ ਤੁਸੀਂ ਹੀ ਲਿਖਣਾ ਹੈ। ਤਾਂ ਉਸ ਸਮੇਂ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਜਿਸ ਸਮੇਂ ਉਹ ਲਿਖਣ ਲੱਗੇ ਕਾਗਜ਼ ਤੇ, ਜੋ ਜਿੱਥੇ ਏਕਾ ਪਾਉਣਾ ਸੀ, ਜਿਸ ਸਮੇਂ ਘੋੜਾ ਹਿੱਲਿਆ ਤੇ ਏਕ ਦੀ ਥਾਂ ਤੇ 7 ਪੈ ਗਿਆ। ਇਹ ਸਾਖੀ ਆਉਂਦੀ ਹੈ ਪੁਰਾਤਨ ਗ੍ਰੰਥਾਂ ਦੇ ਅੰਦਰ। ਸੋ ਉਸ ਸਮੇਂ ਜੋ ਮਾਈ ਦੇ 7 ਪੁੱਤਰ ਪੈਦਾ ਹੋਏ ਸਨ, ਐਸੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਇਸ ਪ੍ਰਕਾਰ ਨਾਲ ਆਪਾਂ ਵੀ ਹਰ ਇੱਕ ਚੀਜ਼ ਸਤਿਗੁਰਾਂ ਪਾਸੋਂ ਹੀ ਮੰਗਣੀ ਹੈ, ਪਰ ਮੰਗਣ ਦਾ ਤਰੀਕਾ ਸਤਿਗੁਰੂ ਇਸ ਪਵਿੱਤਰ ਗੁਰਬਾਣੀ ਅੰਦਰ ਫਰਮਾ ਰਹੇ ਹਨ ਜੀ। ਆਓ ਸਰਵਣ ਕਰੀਏ ਪ੍ਰੇਮ ਨਾਲ। ਕਬਿਓ ਬਾਚ ਬੇਨਤੀ ਚੌਪਈ। ਕਬਿਓ ਬਾਚ, ਜੋ ਕਵੀ ਦੀ ਬਾਚ ਕਹੀ ਹੋਈ, ਸਤਿਗੁਰਾਂ ਨੇ ਆਪਦੇ ਆਪ ਨੂੰ ਇਸ 'ਚ ਕਵੀ ਦਰਸਾਇਆ ਹੈ ਕਿ ਕਬਿਓ ਬਾਚ ਦੇ ਜਿਹੜੀ ਕਵੀ ਦੀ ਕਹੀ ਹੋਈ ਬੇਨਤੀ,
ਕਬਿਓ ਬਾਚ ਬੇਨਤੀ, ਜੋ ਸਤਿਗੁਰੂ ਬੇਨਤੀ ਰੂਪ ਵਿੱਚ ਫਰਮਾ ਰਹੇ ਹਨ। ਚੌਪਈ ਛੰਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਹਮਰੀ ਕਰੋ ਹਾਥ ਦੈ ਰੱਛਾ। ਕਿ ਇਹ ਸਤਿਗੁਰੂ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ। ਐਸੇ ਪਰਮੇਸ਼ਰ ਜੋ ਕਾਲ ਦੇ ਸਿਰ ਦੇ ਉੱਪਰ ਮਹਾਕਾਲ ਹੋ, ਤੁਸੀਂ ਸਾਡੀ ਹਮਰੀ ਕਰੋ ਹਾਥ ਦਾ ਰੱਛਾ, ਸਾਡੀ ਆਪਣਾ ਹੱਥ ਦੇ ਕੇ ਰੱਖਿਆ ਕਰੋ, ਸਾਡੀ ਰੱਖਿਆ ਕਰੋ ਸਤਿਗੁਰੂ ਇਹਨਾਂ ਪੰਜਾਂ ਵਿਕਾਰਾਂ ਤੋਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਨੂੰ ਚਿੰਬੜੇ ਹੋਏ ਹਨ ਨਾ। ਜਿਨ੍ਹਾਂ ਨੂੰ ਤਾਂ ਪਤਾ ਲੱਗ ਗਿਆ ਉਹ ਤਾਂ ਫਿਰ ਸਤਿਗੁਰਾਂ ਅੱਗੇ ਬੇਨਤੀਆਂ ਕਰਦੇ ਹਨ, ਤੇ ਜਿਨ੍ਹਾਂ ਨੂੰ ਹਜੇ ਪਤਾ ਹੀ ਨਹੀਂ ਲੱਗਾ ਕਿ ਇਹ ਚਿੰਬੜੇ ਵੀ ਹੋਏ, ਇਹ ਵੀ ਕੁਛ ਹੁੰਦੇ ਹਨ, ਤਾਂ ਉਹ ਫਿਰ ਸਤਿਗੁਰਾਂ ਅੱਗੇ ਬੇਨਤੀ ਕਰੀਏ ਕਿ ਸਤਿਗੁਰੂ ਹਮਰੀ ਕਰੋ, ਵੀ ਉਹ ਵੀ ਬੇਨਤੀਆਂ ਕਰਨ, ਹਮਰੀ ਕਰੋ ਹਾਥ ਦਾ ਰੱਛਾ। ਇਸ ਪ੍ਰਕਾਰ ਨਾਲ ਜੋ ਰੱਖਿਆ ਕਰੋ ਸਾਡੀ ਜਮਾਂ ਤੋਂ, ਜਮ ਦੇ ਡਰ ਤੋਂ ਵੀ ਰੱਖਿਆ ਕਰੋ, ਜੋ ਆਖਰੀ ਸਮੇਂ ਤੋਂ ਜਿਹੜਾ ਜਮ ਦਾ ਭੈ ਹੁੰਦਾ ਹੈ ਨਾ, ਜੋ ਉਹ ਵੀ ਬੜਾ ਸ੍ਰੇਸ਼ਟ ਮੰਨਿਆ ਗਿਆ ਹੈ ਭੈ। ਕਿ ਜਿਸ ਸਮੇਂ ਗੁਰਬਾਣੀ ਅੰਦਰ ਫਰਮਾਨ ਹੁੰਦਾ ਹੈ ਕਿ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਵੀ ਉਸ ਜਿਹੜਾ ਜਮਦੂਤ ਹੈ ਨਾ ਉਸ ਤੋਂ ਵੀ ਸਾਡੀ ਰੱਖਿਆ ਕਰਨਾ ਕਰੋ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਹਨ ਕਿ ਪਰਮੇਸ਼ਰ ਅੱਗੇ ਬੇਨਤੀ ਕਰਨੀ ਹੈ ਕਿ ਸਾਡੀ ਰੱਖਿਆ ਕਰੋ। ਹੋਰ ਕਿਸੇ ਮੜੀ ਮਸਾਨ ਤੇ ਜਾ ਕੇ ਨਹੀਂ ਕਿਸੇ ਆਪਣੇ ਸਿੱਖ ਨੇ ਜੋ ਬੇਨਤੀ ਕਰਨੀ ਕਿ ਆਪਾਂ ਪੈਰਾਂ ਤੇ ਕਦੀ ਧਾਗੇ ਬਣਾ ਲੈ, ਕਦੀ ਫੁੰਮਣੀਆਂ ਬਣਾ ਲਈਆਂ, ਕਦੀ ਧਾਗੇ ਬਣ ਲੈ ਰੰਗ ਬਰੰਗੇ ਕਿ ਇਹ ਰੱਖਿਆ ਕਰੇਗਾ ਸਾਡੀ, ਕਦੀ ਤਵੀਤ ਗਲ ਦੇ ਵਿੱਚ ਪਾ ਲੈ। ਨਹੀਂ, ਸਤਿਗੁਰੂ ਫਰਮਾ ਰਹੇ ਹਨ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਕਿ ਜਿਹੜਾ ਅਖਵਾਉਂਦਾ ਹੈ ਨਾ ਮੈਂ ਸਿੱਖ ਹਾਂ, ਸਤਿਗੁਰੂ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਇਹਨਾਂ ਮੜੀ ਮਟ ਮਸਾਣਾ ਕਬਰਾਂ ਨੂੰ ਭੁੱਲ ਕੇ ਵੀ ਨਹੀਂ ਮੰਨੇਗਾ। ਉਸ ਨੇ ਤਾਂ ਕੇਵਲ ਪਰਮੇਸ਼ਰ ਅੱਗੇ ਬੇਨਤੀ ਕਰਨੀ ਹੈ ਕਿ ਪਰਮੇਸ਼ਰ ਹਮਰੀ ਕਰੋ ਹਾਥ ਦਾ ਰੱਛਾ। ਸਾਰੇ ਵੈਰੀਆਂ ਤੋਂ ਮਾਨਸਿਕ ਵੈਰੀ ਅਤੇ ਜੋ ਸਪਸ਼ਟ ਸੰਸਾਰ ਦੇ ਅੰਦਰ ਵੈਰੀ ਹਨ, ਸਾਨੂੰ ਉਹਨਾਂ ਤੋਂ ਹੱਥ ਦੇ ਕੇ ਰੱਖਿਆ ਕਰੋ ਸਾਡੀ। ਪੂਰਨ ਹੋਏ ਚਿੱਤ ਕੀ ਇੱਛਾ। ਸਤਿਗੁਰੂ ਫਰਮਾਉਂਦੇ ਹਨ ਕਿ ਸਾਡੀ ਚਿੱਤ ਦੀ ਇੱਛਾ ਹੈ ਪਰਮੇਸ਼ਰ ਪੂਰੀ ਕਰਨਾ ਕਰੋ। ਸਾਡੇ ਮਨ ਦੇ ਵਿੱਚ ਇੱਕ ਇੱਛਾ ਹੈ, ਕਿਹੜੀ ਇੱਛਾ? ਸਤਿਗੁਰੂ ਅੱਗੇ ਫਰਮਾ ਰਹੇ ਹਨ ਤਵ ਚਰਨਨ ਮਨ ਰਹਿ ਹਮਾਰਾ। ਕਿ ਹੇ ਪਰਮੇਸ਼ਰ ਤਵ ਚਰਨਨ, ਤੁਹਾਡੇ ਚਰਨਾਂ ਦੇ ਵਿੱਚ ਹੀ ਮਨ ਰਹਿ ਹਮਾਰਾ, ਮੇਰਾ ਮਨ ਤੁਹਾਡੇ ਚਰਨਾਂ ਦੇ ਵਿੱਚ ਹੀ ਰਹੇ। ਹੋਰ ਕਿਸੇ ਪਾਸੇ ਜਾ ਕਰਕੇ ਨਾ ਮੇਰਾ ਮਨ ਟਿਕੇ ਕਿ ਮੈਨੂੰ ਇੱਥੋਂ ਕੁਝ ਮਿਲ ਜਾਵੇਗਾ, ਕਿਸੇ ਹੋਰ ਥਾਂ ਮੇਰੀ ਰੱਖਿਆ ਹੋ ਜਾਏਗੀ। ਪਰਮੇਸ਼ਰ ਐਸੀ ਮੇਰੀ ਮੰਗ ਪੂਰੀ ਕਰੋ ਕਿ ਤਵ ਚਰਨਨ, ਤੁਹਾਡੇ ਚਰਨਾਂ ਵਿੱਚ ਹੀ ਮੇਰਾ ਮਨ ਟਿਕਿਆ ਰਹੇ। ਆਪਣਾ ਜਾਣਿਕ ਰੂਪ੍ਰਿਤ ਪਾਰਾ। ਆਪਣਾ ਜਾਣ, ਮੈਨੂੰ ਆਪਣਾ ਜਾਣ ਕੇ ਤੇ ਮੇਰੀ ਪ੍ਰਤਪਾਲਣਾ ਕਰੋ। ਹੈ ਐਸੇ ਤੁਸੀਂ ਪਰਮੇਸ਼ਰ ਬੇਅੰਤ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲੇ ਮੈਨੂੰ ਵੀ ਆਪਣਾ ਜਾਣ ਕੇ ਮੇਰੀ ਪ੍ਰਤਪਾਲਣਾ, ਮੇਰੀ ਰੱਖਿਆ ਕਰਨਾ ਕਰੋ। ਹਮਰੇ ਦੁਸ਼ਟ ਸਬੈ ਤੁਮ ਘਾਵਹੋ। ਜਿਹੜੇ ਸਾਡੇ ਦੁਸ਼ਟ ਹਨ ਪ੍ਰਤੱਖ ਰੂਪ ਵਿੱਚ ਸੰਸਾਰ ਅੰਦਰ ਜਿਹੜੇ ਦੁਸ਼ਟ ਹਨ, ਅਤੇ ਸੂਖਮ ਰੂਪ ਮਾਨਸਿਕ ਰੂਪ ਦੇ ਅੰਦਰ ਜੋ ਪੰਜ ਵਿਕਾਰ ਤ੍ਰਿਸ਼ਨਾ ਅਤੇ ਮਾਇਆ, ਇਹ ਜੋ ਦੁਸ਼ਟ ਹਨ ਇਹਨਾਂ ਨੂੰ ਤੁਸੀਂ ਘਾਵੋ, ਖਤਮ ਕਰੋ, ਮਾਰਨਾ ਕਰੋ। ਹੈ ਪਰਮੇਸ਼ਰ ਆਪ ਹੱਥ ਦੇ ਮੋਹਿ ਬਚਾਵਹੋ। ਤੇ ਆਪਣਾ ਹੱਥ ਦੇ ਕੇ ਮੈਨੂੰ ਇਹਨਾਂ ਤੋਂ ਬਚਾਉਣਾ ਕਰੋ, ਮੇਰੀ ਰੱਖਿਆ ਕਰੋ। ਸੁਖੀ ਬਸੈ ਮੋਰੋ ਪਰਵਾਰਾ। ਸਤਿਗੁਰੂ ਫਰਮਾਉਂਦੇ ਹਨ ਸੁਖੀ ਬਸੈ ਮੋਰੋ ਪਰਿਵਾਰਾ। ਕਿ ਪਰਮੇਸ਼ਰ ਮੇਰਾ ਜਿਹੜਾ ਪਰਿਵਾਰ ਹੈ ਇਹ ਵੀ ਸੁੱਖ ਦੇ ਸਹਿਤ ਵਸਣਾ ਕਰੇ। ਤੇ ਸਤਿਗੁਰਾਂ ਦਾ ਪਰਿਵਾਰ ਕਿਹੜਾ ਹੈ ਅੱਗੇ ਫਰਮਾ ਰਹੇ ਹਨ ਸੇਵਕ ਸਿੱਖ ਸਬਹਿ ਕਰਤਾਰਾ। ਸਤਿਗੁਰੂ ਫਰਮਾਉਂਦੇ ਜਿਹੜੇ ਮੇਰੇ ਸਿੱਖ ਸੇਵਕ ਹਨ ਇਹੀ ਮੇਰਾ ਪਰਿਵਾਰ ਹੈ। ਜਿਸ ਸਮੇਂ ਮਾਤਾ ਸੁੰਦਰ ਕੌਰ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਉੱਤੇ ਜੋ ਸਤਿਗੁਰਾਂ ਨੂੰ ਬਚਨ ਕਿਹਾ ਸੀ ਕਿ ਜੋ ਵੱਡੇ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋ ਰਹੇ, ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋ ਰਹੇ, ਕਿਰਪਾ ਕਰੋ ਸਾਨੂੰ ਉਹਨਾਂ ਨਾਲ ਮਿਲਾਉਣਾ ਕਰੋ। ਤੇ ਸਤਿਗੁਰਾਂ ਨੇ ਫਰਮਾਇਆ ਸੀ ਨਾ ਸੰਗਤ ਵੱਲ ਹੱਥ ਕਰਕੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋ ਕਿਆ ਭਇਆ ਜੀਵਤ ਲੱਖ ਹਜ਼ਾਰ। ਵੀ ਜੇ ਚਾਰ ਮੂਏ ਮਰ ਗਏ ਹਨ, ਸ਼ਹੀਦ ਹੋ ਗਏ, ਤਾਂ ਇਹ ਲੱਖਾਂ ਹਜ਼ਾਰਾਂ ਤੇਰੇ ਪੁੱਤਰ ਹਨ, ਇਹਨਾਂ ਦੇ ਉੱਪਰੋਂ ਮੈਂ ਉਹਨਾਂ ਨੂੰ ਵਾਰਨਾ ਕੀਤਾ ਹੈ, ਇਹੀ ਤੇਰੇ ਸਪੁੱਤਰ ਹਨ। ਸੋ ਸਤਿਗੁਰੂ ਕਹਿੰਦੇ ਵੀ ਇਹੀ ਜਿਹੜਾ ਮੇਰਾ ਪਰਿਵਾਰ ਹੈ ਨਾ ਖਾਲਸਾ ਪੰਥ, ਸੁਖੀ ਬਸੈ ਮੋਰੋ ਪਰਿਵਾਰ, ਇਹ ਜਿਹੜਾ ਖਾਲਸਾ ਪੰਥ ਹੈ ਇਹ ਵੀ ਪਰਮੇਸ਼ਰ ਕਿਰਪਾ ਕਰੋ ਇਹ ਸੁੱਖ ਦੇ ਸਹਿਤ ਵਸੇ। ਸੇਵਕ ਸਿੱਖ ਸਭੈ ਕਰਤਾਰਾ। ਕਿ ਹੇ ਕਰਤਾਰ ਪਰਮੇਸ਼ਰ ਜਿਹੜਾ ਮੇਰੇ ਸਿੱਖ ਸੇਵਕ ਹਨ ਇਹ ਸਾਰੇ ਸੁੱਖ ਸਹਿਤ ਵਸਣ, ਐਸੀ ਕਿਰਪਾ ਕਰੋ।
ਮੋਹ ਰੱਛਾ ਨਿਜ ਕਰਦੈ ਕਰੀਐ। ਮੋਹ ਰੱਛਾ ਮੇਰੀ ਰੱਖਿਆ ਨਿਜ ਕਰ, ਆਪਣਾ ਨਿਜ ਭਾਵ ਆਪਣਾ ਕਰ ਭਾਵ ਹੱਥ ਦੈ ਕਰੀਐ, ਦੇ ਕਰਕੇ ਜਿਹੜੀ ਮੇਰੀ ਰੱਖਿਆ ਹੈ ਹੇ ਪਰਮੇਸ਼ਰ ਤੁਸੀਂ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰਨਾ ਕਰੋ। ਸਭ ਬੈਰਨ ਕੋ ਆਜ ਸੰਘਰੀਐ। ਸਾਰੇ ਹੀ ਵੈਰੀਆਂ ਨੂੰ, ਸਭ ਬੈਰਨ ਜਿਹੜੇ ਵੈਰੀ ਸੂਖਮ ਮਾਨਸਿਕ ਰੂਪ ਅੰਦਰ ਤੇ ਜਿਹੜੇ ਸਪਸ਼ਟ ਸੰਸਾਰ ਦੇ ਅੰਦਰ ਵੈਰੀ ਹਨ, ਆਜ ਸੰਘਰੀਐ ਉਹਨਾਂ ਨੂੰ ਤੁਸੀਂ ਅੱਜ ਤਤਕਾਲ ਹੁਣੇ ਹੀ ਸੰਘਾਰਨਾ ਕਰੋ, ਮਾਰਨਾ ਕਰੋ। ਪੂਰਨ ਹੋਏ ਹਮਾਰੀ ਆਸਾ। ਇੱਕ ਹੈ ਪਰਮੇਸ਼ਰ ਮੇਰੇ ਮਨ ਦੀ ਜਿਹੜੀ ਇੱਕ ਹੋਰ ਆਸਾ ਹੈ ਉਹ ਤੁਸੀਂ ਪੂਰੀ ਕਰਨਾ ਕਰੋ। ਕਿਹੜੀ? ਤੋਰ ਭਜਨ ਕੀ ਰਹਿ ਪਿਆਸਾ। ਤੋਰ ਭਜਨ ਕੀ, ਕਿ ਤੁਹਾਡੇ ਭਜਨ ਦੀ ਹੀ ਰਹਿ ਪਿਆਸਾ, ਇਹ ਮੇਰੇ ਅੰਦਰ ਪਿਆਸ ਹੀ ਬਣੀ ਰਹੇ। ਜੋ ਗੁਰਬਾਣੀ ਅੰਦਰ ਸਤਿਗੁਰ ਫਰਮਾਉਂਦੇ ਹਨ ਨਾ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲਿਆ ਦੁੱਖ। ਜੋ ਸੱਚੇ ਨਾਮ ਦੀ ਭੁੱਖ ਪਿਆਸ ਲੱਗਦੀ ਹੈ ਫਿਰ ਦੁੱਖ ਸਾਰੇ ਮਿਟਦੇ ਹਨ, ਨਾਸ ਹੁੰਦੇ ਹਨ। ਸਤਿਗੁਰ ਫਰਮਾਉਂਦੇ ਕਿ ਇਹ ਮੇਰੀ ਆਸਾ ਜਿਹੜੀ ਮੇਰੀ ਪੂਰੀ ਕਰੋ ਹੇ ਪਰਮੇਸ਼ਰ, ਕਿ ਤੋਰ ਭਜਨ ਕੀ ਰਹਿ ਪਿਆਸਾ। ਦੇਖੋ ਸਤਿਗੁਰਾਂ ਨੇ ਜੋ ਹੇਮਕੁੰਡ ਪਰਬਤ ਦੇ ਉੱਪਰ ਰਹਿ ਕਰਕੇ ਕਿਤਨਾ ਲੰਮਾ ਸਮਾਂ, ਕਿਤਨਾ ਕਰੜੀ ਤਪੱਸਿਆ ਭਜਨ ਕੀਤਾ। ਫਿਰ ਸਤਿਗੁਰਾਂ ਨੇ ਸ੍ਰੀ ਹਜੂਰ ਸਾਹਿਬ ਜਾ ਕਰਕੇ ਉੱਥੇ ਵੀ ਤਪ ਕੀਤਾ, ਉੱਥੇ ਵੀ ਕਿੰਨੀ ਭਜਨ ਬੰਦਗੀ ਕੀਤੀ, ਪਰ ਫਿਰ ਵੀ ਸਤਿਗੁਰਾਂ ਅੱਗੇ ਬੇਨਤੀ ਕਰ ਰਹੇ ਹਨ ਕਿ ਤੋਰ ਭਜਨ ਕੀ ਰਹਿ ਪਿਆਸਾ। ਇਤਨਾ ਭਜਨ ਬੰਦਗੀ ਕਰਕੇ ਫਿਰ ਵੀ ਸਤਿਗੁਰਾਂ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ ਕਿ ਤੁਹਾਡੇ ਭਜਨ ਦੀ ਹੀ ਮੈਨੂੰ ਪਿਆਸ ਲੱਗੀ ਰਵੇ। ਇਸ ਪ੍ਰਕਾਰ ਨਾਲ ਸਿੱਖ ਨੇ ਵੀ ਬੇਨਤੀ ਕਰਨੀ ਹੈ ਸਤਿਗੁਰਾਂ ਅੱਗੇ ਕਿ ਸਤਿਗੁਰੂ ਮੈਨੂੰ ਤੁਹਾਡੇ ਭਜਨ ਦੀ ਤੋਰ ਭਜਨ ਕੀ ਰਹਿ ਪਿਆਸਾ, ਮੈਨੂੰ ਪਿਆਸ ਲੱਗੀ ਰਵੇ, ਇਹ ਮੇਰੀ ਇੱਛਾ ਪੂਰੀ ਕਰੋ। ਤੁਮਹੈ ਛੱਡ ਕੋਈ ਅਵਰ ਨਾ ਧਿਆਉ। ਸਤਿਗੁਰੂ ਦੇਖਿਓਗੇ ਤੇ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਨਾ ਧਿਆਉਣ ਲੱਗ ਪਵਾਂ, ਮੈਨੂੰ ਹੱਥ ਦੇ ਕੇ ਆਪਦੇ ਪਾਸ ਹੀ ਰੱਖੋ। ਤੁਮਹੈ ਛਾੜ ਕੋਈ ਅਵਰ ਨਾ ਧਿਆਉ, ਮੈਂ ਕਿਸੇ ਹੋਰ ਨੂੰ ਨਾ ਧਿਆਵਾਂ, ਐਸੀ ਤੁਸੀਂ ਮੇਰੇ ਤੇ ਕਿਰਪਾ ਕਰੋ। ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਮੈਂ ਜੋ ਵੀ ਬਰ ਚਾਹਾਂ, ਜੋ ਵੀ ਮੈਂ ਦਾਤ ਚਾਹਾਂ ਸੋ ਤੁਮ ਤੇ ਪਾਉ। ਮੈਂ ਤੁਹਾਡੇ ਕੋਲੋਂ ਹੀ ਹੈ ਸਤਿਗੁਰੂ ਹੇ ਪਰਮੇਸ਼ਰ ਮੈਂ ਪ੍ਰਾਪਤ ਕਰਨੀ ਹੈ, ਤੁਹਾਡੇ ਕੋਲ ਹੀ ਮੈਂ ਹਮੇਸ਼ਾ ਪ੍ਰਾਪਤ ਕਰਾਂ, ਮੈਨੂੰ ਕਿਤੇ ਹੋਰ ਨਾ ਜਾਣ ਦਿਓ, ਤੁਸੀਂ ਮੈਨੂੰ ਆਪਦੇ ਕੋਲ ਹੀ ਰੱਖੋ। ਜੋ ਬਰ ਚਾਹੋ, ਜੋ ਮੈਂ ਵਰ ਚਾਹਾਂ ਦਾਤ ਚਾਹਾਂ ਸੋ ਤੁਮ ਤੇ ਪਾਉ, ਤੁਹਾਡੇ ਕੋਲ ਹੀ ਮੈਂ ਪ੍ਰਾਪਤ ਕਰਦਾ ਰਵਾਂ, ਤੁਹਾਡੇ ਦਰ ਨੂੰ ਛੱਡ ਕੇ ਕਿਤੇ ਹੋਰ ਨਾ ਜਾਵਾਂ। ਸੇਵਕ ਸਿੱਖ ਹਮਾਰੇ ਤਾਰੀਏ ਹੈ। ਤੇ ਸਤਿਗੁਰੂ ਪਰਮੇਸ਼ਰ ਅੱਗੇ ਬਚਨ ਕਰਦੇ ਹਨ ਕਿ ਸੇਵਕ ਸਿੱਖ ਹਮਾਰੇ ਤਾਰੀਆ ਹੈ। ਸਤਿਗੁਰਾਂ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੂੰ ਬਖਸ਼ਿਸ਼ ਕਰਤੀ, ਉਹਨਾਂ ਨੂੰ ਤਾਂ ਤਾਰ ਹੀ ਦਿੱਤਾ, ਪਰ ਸਤਿਗੁਰੂ ਹੁਣ ਫਰਮਾਉਂਦੇ ਹਨ ਵੀ ਜਿਹੜੇ ਕਿਰਪਾਨ ਪਾ ਕਰਕੇ ਤੇ ਮੜੀਆਂ ਮਸਾਣਾਂ ਦੇ ਤੁਰੇ ਫਿਰਦੇ ਹਨ, ਕਿਤੇ ਹੋਰ ਦਰ ਤੇ ਤੁਰੇ ਫਿਰਦੇ ਹਨ, ਉਹਨਾਂ ਵਾਸਤੇ ਵੀ ਸਤਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰਦੇ ਕਿ ਜਿਹੜੇ ਇਹ ਵੀ ਮੇਰੇ ਸਿੱਖ ਸੇਵਕ ਹਨ, ਉਹਨਾਂ ਨੂੰ ਵੀ ਤੁਸੀਂ ਹੇ ਪਰਮੇਸ਼ਰ ਤਾਰਨਾ ਕਰੋ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਇਹ ਭਵ ਜਲ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਵੀ ਤਾਰਨਾ ਕਰੋ। ਚੁਨ ਚੁਨ ਸਤਰ ਹਮਾਰੇ ਮਾਰੀਏ ਹੈ। ਜਿਹੜੇ ਸ਼ਤਰੂ ਵੈਰੀ ਹਨ ਸਾਡੇ ਹੇ ਪਰਮੇਸ਼ਰ ਤੁਸੀਂ ਉਹਨਾਂ ਨੂੰ ਚੁਣ ਚੁਣ ਕੇ ਮਾਰਨਾ ਕਰੋ। ਜਿਹੜੇ ਮਨ ਦੇ ਅੰਦਰ ਵੈਰੀ ਹਨ ਅਤੇ ਜਿਹੜੇ ਪ੍ਰਤੱਖ ਰੂਪੇ ਸੰਸਾਰ ਦੇ ਅੰਦਰ ਵੈਰੀ ਹਨ, ਤੁਸੀਂ ਉਹਨਾਂ ਨੂੰ ਹੇ ਪਰਮੇਸ਼ਰ ਚੁਣ ਚੁਣ ਕੇ ਮਾਰਨਾ ਕਰੋ। ਆਪ ਹੱਥ ਦੇ ਮੁਝੇ ਉਬਰੀਐ। ਆਪਣਾ ਹੱਥ ਦੇ ਕੇ ਹੇ ਪਰਮੇਸ਼ਰ ਮੁਝੇ ਉਬਰੀਐ, ਮੈਨੂੰ ਉਬਾਰ ਲਵੋ, ਬਚਾ ਲਵੋ ਆਪਣਾ ਹੱਥ ਦੇ ਕਰਕੇ। ਮਰਨ ਕਾਲ ਕਾ ਤਰਾਸ ਨਿਵਰੀਐ। ਮਰਨ ਕਾਲ ਕਾ ਤਰਾਸ, ਜਿਹੜਾ ਮਰਨ ਸਮੇਂ ਦਾ ਜਿਹੜਾ ਤਰਾਸ ਡਰ ਹੈ ਨਾ, ਉਹ ਤੁਸੀਂ ਹੇ ਪਰਮੇਸ਼ਰ ਨਿਵਾਰੀਐ, ਮੇਰਾ ਖਤਮ ਕਰ ਦਵੋ। ਕਿਉਂਕਿ ਇਹ ਜਿਹੜਾ ਮਰਨ ਸਮੇਂ ਦਾ ਡਰ ਹੈ ਨਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਹ ਜਿਹੜਾ ਜਮਦੂਤਾਂ ਦਾ ਸਖਤ ਵਾਰ ਹੁੰਦਾ ਹੈ ਨਾ, ਇਹ ਜੋ ਇਹਦਾ ਡਰ ਹੈ ਇਹ ਬੜਾ ਹੀ ਭੈਦਾਇਕ। ਤੇ ਇਸ ਪ੍ਰਕਾਰ ਸਤਿਗੁਰੂ ਬੇਨਤੀ ਕਰਦੇ ਹਨ, ਸਿੱਖਾਂ ਨੇ ਵੀ ਬੇਨਤੀ ਕਰਨੀ ਕਿ ਸਤਿਗੁਰੂ ਮਰਨ ਕਾਲ ਕਾ ਜਿਹੜਾ ਮਰਨ ਸਮੇਂ ਦਾ ਸਾਡਾ ਡਰ ਭੈ ਹੈ ਉਹ ਨਿਵਾਰੋ, ਸਾਡਾ ਖਤਮ ਕਰੋ। ਕਿਉਂਕਿ ਸਤਿਗੁਰਾਂ ਨੇ ਜਿਨ੍ਹਾਂ ਦਾ ਡਰ ਖਤਮ ਕੀਤਾ ਨਾ, ਫਿਰ ਉਹ ਤਾਂ ਧਰਮ ਰਾਜੇ ਨੂੰ ਵੀ ਵੰਗਾਰ ਕੇ ਕਹਿਣ ਲੱਗ ਪੈਂਦੇ ਹਨ। ਜਿਸ ਪ੍ਰਕਾਰ ਨਾਲ ਭਗਤ ਰਵਿਦਾਸ ਜੀਆਂ ਨੇ ਬਚਨ ਕੀਤਾ ਨਾ, ਉਰਵਾਰ ਪਾਰ ਕੇ ਦਾਨੀਆਂ ਲਿਖ ਲੇਵ ਆਲ ਪਤਾਲ, ਕਿ ਇਹ ਉਰਵਾਰ ਪਾਰ ਦੇ ਦਾਨੀ ਭਾਵ ਉਰਲੇ ਪਰਲੇ ਦੀ ਜਾਣਨ ਵਾਲੇ ਜੋ ਚਿੱਤਰਗੁਪਤ ਅਤੇ ਧਰਮ ਰਾਜਾ ਲਿਖ ਲੇਵੋ ਆਲ ਪਤਾਲ, ਵੀ ਕੀ ਤੂੰ ਲਿਖਣਾ ਮੇਰੇ ਜੀਵਨ ਦੇ, ਕਿਉਂਕਿ ਉਹ ਲਿਖ ਕੇ ਜਾਂਦੇ ਹਨ ਜੋ ਜੀਵ ਕਰਮ ਕਰਦਾ ਹੈ, ਉਹਨੂੰ ਕਹਿਣ ਲੱਗੇ ਲਿਖ ਲੇਵੋ ਆਲ ਪਤਾਲ, ਕਿ ਕੀ ਲਿਖੂੰਗਾ ਮੇਰੇ ਜੀਵਨ ਦੇ ਅੰਦਰ, ਕਿ ਮੈਂ ਸਵੇਰੇ ਉੱਠ ਕੇ ਨਹਾਤਾ, ਮੈਂ ਦਾਤਨ ਕੁਰਲਾ ਕੀਤਾ, ਮੈਂ ਕਿਰਿਆ ਕੀਤੀ, ਮੈਂ ਪ੍ਰਸ਼ਾਦਾ ਛਕਿਆ, ਲਿਖ ਲਾ ਇਹ ਤੂੰ ਲਿਖਣਾ। ਕਿਉਂਕਿ ਮੋਹੇ ਜਮ ਡੰਡ ਨਾ ਲੱਗ ਗਈ,
ਤਜੀਲੇ ਸਰਬ ਜੰਜਾਲ, ਮੈਂ ਤਾਂ ਸਾਰੇ ਜੰਜਾਲ ਹੀ ਛੱਡ ਦਿੱਤੇ, ਮੈਂ ਸਾਰੇ ਐਸੇ ਕਰਮ ਕਰਨੇ ਹੀ ਛੱਡ ਦਿੱਤੇ ਜਿਨ੍ਹਾਂ ਦਾ ਫਿਰ ਲੇਖਾ ਹੋਣਾ ਸੀ। ਹੁਣ ਤਾਂ ਮੈਂ ਉਹ ਕਰਮ ਕਰਦਾ ਹੀ ਨਹੀਂ, ਹੁਣ ਤਾਂ ਆਹੀ ਜੋ ਕਰਮ ਹਨ ਆਲ ਪਤਾਲ ਜਿਹੜੇ ਊਲ ਫਜ਼ੂਲ ਕਰਮ ਹਨ, ਇਹ ਤੂੰ ਲਿਖ ਲਾ ਜਿਹੜੇ ਲਿਖਣੇ ਆ, ਮੈਨੂੰ ਇਹਦਾ ਕੋਈ ਡਰ ਭੈ ਨਹੀਂ। ਤੇ ਭਗਤ ਕਬੀਰ ਸਾਹਿਬ ਦਾ ਵੀ ਜਿਹੜਾ ਡਰ ਇਹ ਚੱਕਤਾ ਸੀਗਾ ਪਰਮੇਸ਼ਰ ਨੇ। ਫਿਰ ਉਹ ਕਹਿਣ ਲੱਗੇ ਸੀ ਕਿ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦਵਾਰ, ਕਿ ਮੈਨੂੰ ਤਾਂ ਮਰਨ ਦਾ ਚਾਹ ਲੱਗਾ ਹੋਇਆ ਵੀ ਕਦੋਂ ਮੇਰੀ ਮੌਤ ਹੋਵੇ, ਇਹ ਸੰਸਾਰ ਦਾ ਜਿਹੜਾ ਭੰਬਲ ਭੂਸਾ ਮੇਰੇ ਤੋਂ ਛੁੱਟੇ, ਇਹ ਜੋ ਦੁੱਖ ਹਨ ਸੰਸਾਰ ਦੇ ਇਹ ਮੇਰੇ ਤੋਂ ਛੁੱਟਣ, ਪਰ ਮਰੋ ਤਾਂ ਹਰ ਕੈ ਦਵਾਰ, ਕਿ ਹਰੀ ਦੇ ਦੁਆਰੇ ਉੱਤੇ ਖੜਾ ਹੈ ਮੇਰੀ ਮੌਤ ਹੋਵੇ, ਹਰੀ ਦੇ ਪਰਮੇਸ਼ਰ ਦੇ ਮਾਰਗ ਦੇ ਚੱਲਦੇ ਉੱਤੇ ਹੀ ਮੇਰੀ ਮੌਤ ਹੋਵੇ। ਇਸ ਪ੍ਰਕਾਰ ਇਹਨਾਂ ਭਗਤਾਂ ਦੇ ਇਸ ਪਰਮੇਸ਼ਰ ਨੇ ਡਰ ਭਉ ਖਤਮ ਕਰਤਾ ਸੀ। ਉਸੇ ਤਰੀਕੇ ਨਾਲ ਹੇ ਪਰਮੇਸ਼ਰ, ਹੇ ਸਤਿਗੁਰੂ, ਮਰਨ ਕਾਲ ਕਾ ਤਰਾਸ ਨੇ ਵਰੀ ਹੈ, ਸਾਡਾ ਵੀ ਜਿਹੜਾ ਮਰਨ ਸਮੇਂ ਦਾ ਤਰਾਸ ਡਰ ਭਉ ਹੈ ਨਾ ਜਮ ਕਾਲ ਦਾ, ਜਮਦੂਤ ਦਾ, ਇਹ ਵੀ ਸਾਡਾ ਖਤਮ ਕਰਨਾ ਕਰੋ ਤੁਸੀਂ। ਹੂਜੋ ਸਦਾ ਹਮਾਰੇ ਪੱਛਾ, ਖੂਜੋ ਭਾਵ ਹੋਵੋ, ਸਦਾ ਹਮਾਰੇ ਪੱਛਾ, ਹੇ ਪਰਮੇਸ਼ਰ ਹਮੇਸ਼ਾ ਤੁਸੀਂ ਸਾਡੇ ਪੱਖ ਵਿੱਚ ਹੀ ਰਹੋ, ਸਾਡੇ ਤੇ ਐਸੀ ਕਿਰਪਾ ਕਰੋ। ਜੇ ਫਿਰ ਜਿਹਦੇ ਪੱਖ ਵਿੱਚ ਪਰਮੇਸ਼ਰ ਹੋ ਜਾਂਦਾ ਹੈ ਨਾ, ਜਾਮ ਗੁਰੂ ਹੋਏ ਵੱਲ ਧਨ ਹੈ ਕਿਆ ਗਾਰ ਵਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਕਿ ਜੇ ਪਰਮੇਸ਼ਰ ਵੱਲ ਹੋ ਜਾਵੇ, ਗੁਰੂ ਸਾਡੇ ਵੱਲ ਹੋ ਜਾਵੇ, ਸਾਡੇ ਪੱਖ ਵਿੱਚ ਹੋ ਜਾਵੇ, ਫਿਰ ਧਨ ਹੈ ਕਿਆ ਗਰਵ ਦੀਜੇ, ਫਿਰ ਉਹਨੂੰ ਕੋਈ ਧਨ ਦਾ ਕੀ ਅਹੰਕਾਰ ਦਿਖਾ ਸਕਦਾ ਵੀ ਮੇਰੇ ਕੋ ਬੜਾ ਧਨ ਆ, ਤੇਰੇ ਕੋ ਤਾਂ ਕੁਛ ਵੀ ਨਹੀਂ। ਫਿਰ ਜਿਹਦੇ ਪੱਲੇ ਸਤਿਗੁਰੂ ਹੈ ਨਾ, ਜਿਹਦੇ ਪੱਲੜੇ ਦੇ ਅੰਦਰ, ਜਿਹਦੇ ਪੱਖ ਦੇ ਅੰਦਰ ਸਤਿਗੁਰੂ ਖੜ ਜਾਵੇ, ਉਹਨੂੰ ਕੀ ਕੋਈ ਧਨ ਦਾ ਅਹੰਕਾਰ ਦਿਖਾ ਸਕਦਾ। ਜਿਹਦੇ ਪੱਲੜੇ ਅੰਦਰ, ਜਿਹਦੇ ਪੱਖ ਵਿੱਚ ਸਤਿਗੁਰੂ ਖੜ ਜਾਵੇ, ਫਿਰ ਲੱਖ ਬਾਹੇ ਗਿਆ ਕਿ ਜੇ ਲੱਖਾਂ ਬਾਹਾਂ ਉਹਦਾ ਕੀ ਵਿਗਾੜ ਸਕਦੀਆਂ, ਕੁਛ ਵੀ ਨਹੀਂ ਵਿਗਾੜ ਸਕਦੀਆਂ। ਜਿਹਦੇ ਪੱਖ ਵਿੱਚ ਪਰਮੇਸ਼ਰ ਸਤਿਗੁਰੂ ਆਪ ਆਣ ਕੇ ਖੜ ਗਿਆ, ਤਾਂ ਸਤਿਗੁਰੂ ਕਿਰਪਾ ਕਰੋ ਐਸੀ ਸਾਡੇ ਤੇ, ਹੂਜੋ ਸਦਾ ਹਮਾਰੇ ਪੱਛਾ, ਕਿ ਸਾਡੇ ਪੱਖ ਦੇ ਅੰਦਰ ਹੈ ਪਰਮੇਸ਼ਰ ਤੁਸੀਂ ਹੋਵੋ, ਸਾਡੇ ਪੱਖ ਦੇ ਅੰਦਰ ਹਮੇਸ਼ਾ ਖੜੋ। ਸ਼੍ਰੀ ਅਸ ਤੁਜ ਜੋ ਕਰਿਓ ਰੱਛਾ, ਸ਼੍ਰੀ ਅਸ ਤੁਜ ਜੂ ਕਰਿਓ ਹੋ ਰੱਛਾ, ਜੋ ਅਸ ਤੁਜ ਸ਼੍ਰੀ ਸੁਭਾਏਮਾਨ, ਅਸ ਤੁਜ ਕਿਰਪਾਨ ਦੀ ਤੁਜਾ ਵਾਲੇ ਹੈ ਪਰਮੇਸ਼ਰ, ਜੂ ਕਰਿਓ ਹੋ ਰੱਛਾ, ਕਿ ਤੁਸੀਂ ਹੀ ਮੇਰੀ ਰੱਖਿਆ ਕਰੋ, ਰਕਸ਼ਾ ਕਰਨਾ ਕਰੋ ਇਹਨਾਂ ਵੈਰੀਆਂ ਤੋਂ, ਇਹਨਾਂ ਡਰ ਭਉ ਤੋਂ। ਰਾਖ ਲੇਹੋ ਮੋਹਿ ਰਾਖਨ ਹਾਰੇ, ਰਾਖ ਲੇਹੋ ਹੈ ਪਰਮੇਸ਼ਵਰ, ਮੈਨੂੰ ਰੱਖ ਲਵੋ, ਰਾਖਣ ਹਾਰੇ। ਅਸੀਂ ਸ਼ਰਨ ਆਏ ਹਾਂ ਤੁਹਾਡੀ ਸ਼ਰਨ ਪਰੇ ਕੀ, ਰਾਖੋ ਸ਼ਰਮਾ ਰਾਖ ਲਿਓ, ਮੋਹੇ ਰਾਖਣ ਹਾਰੇ, ਬਚਾ ਲਵੋ, ਆਪਦੇ ਕੋਲ ਆਪਦੇ ਸ਼ਰਨੀ ਵਿੱਚ ਰੱਖ ਲਵੋ, ਹੋਰ ਪਾਸੇ ਨਾ ਮੈਂ ਜਾਵਾਂ। ਜਿਸ ਪ੍ਰਕਾਰ ਕਬੀਰ ਸਾਹਿਬ ਫਰਮਾਉਂਦੇ ਹਨ, ਰਾਖ ਰਾਖ ਮੇਰੇ ਬੀਠੁਲਾ, ਜਨ ਸ਼ਰਨ ਤੁਮਾਰੀ, ਅਸੀਂ ਤੁਹਾਡੇ ਜਨ ਤੁਹਾਡੀ ਸ਼ਰਣੀ ਵਿੱਚ ਹਾਂ, ਸਾਨੂੰ ਰੱਖ ਲਵੋ ਆਪਦੇ ਪਾਸ। ਰਾਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਕਿ ਸਾਨੂੰ ਆਪਣੀ ਸ਼ਰਨ ਦੇ ਵਿੱਚ ਹਮੇਸ਼ਾ ਰੱਖ ਲਓ, ਸਾਨੂੰ ਭੁੱਲਿਆ ਹੋਇਆਂ ਨੂੰ, ਸਾਨੂੰ ਪਾਪੀਆਂ ਨੂੰ ਆਪਦੀ ਸ਼ਰਨ ਦੇ ਵਿੱਚ ਰੱਖਣਾ ਕਰੋ। ਰਾਖ ਲਿਓ ਮੋਹੇ ਰੱਖਣ, ਹੈ ਰੱਖਣ ਹਾਰੇ ਪਰਮੇਸ਼ਰ, ਤੁਸੀਂ ਸਾਰਿਆਂ ਨੂੰ ਰੱਖਦੇ ਹੋ, ਸਾਰਿਆਂ ਦੀ ਲਾਜ ਰੱਖਦੇ ਹੋ, ਤੁਸੀਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਉਹਨਾਂ ਦੀ ਤੁਸੀਂ ਜੁਗਾਂ ਜੁਗਾਂ ਦੇ ਵਿੱਚ ਆਪਦੇ ਭਗਤਾਂ ਦੀ ਪੈਜ ਰੱਖੀ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਤੁਸੀਂ ਪ੍ਰਹਿਲਾਦ ਦੀ ਰੱਖਿਆ ਕੀਤੀ, ਤੇ ਸਾਡੇ ਤੇ ਵੀ ਕਿਰਪਾ ਕਰੋ। ਰਾਖ ਲਿਓ ਮੋਹੇ ਰਾਖਣ ਹਾਰੇ, ਕਿ ਮੈਨੂੰ ਵੀ ਆਪਣੀ ਸ਼ਰਨੀ ਵਿੱਚ ਰੱਖ ਲਵੋ ਜੀ। ਸਾਹਿਬ ਸੰਤ ਸਹਾਏ ਪਿਆਰੇ, ਜੋ ਸਾਹਿਬ ਅਤੇ ਇਹ ਸਾਹਿਬ ਜੋ ਸੰਤ ਸਹਾਏ ਪਿਆਰੇ, हे ਪਿਆਰੇ ਪਰਮੇਸ਼ਰ, ਜਿਹੜੇ ਤੁਹਾਡੇ ਸੰਤ ਹਨ ਉਹਨਾਂ ਨੂੰ ਵੀ ਕਿਰਪਾ ਕਰਕੇ ਰੱਖਣਾ ਕਰੋ। ਇਹ ਸਾਹਿਬ ਪਰਮੇਸ਼ਰ ਸਾਰਿਆਂ ਦੇ ਮਾਲਕ, ਸੰਤ ਜਿਹੜੇ ਸੰਤ ਹਨ ਉਹਨਾਂ ਨੂੰ ਤੁਸੀਂ ਰੱਖਣਾ ਕਰੋ। ਸਹਾਏ ਪਿਆਰੇ, ਜਿਹੜੇ ਸਹਾਇਕ ਹੁੰਦੇ ਹਨ, ਜਿਹੜੇ ਸੰਤ ਸਹਾਇਕ ਹੁੰਦੇ ਹਨ ਨਾ ਇਸ ਪਰਮਾਰਥ ਦੇ ਮਾਰਗ ਉੱਤੇ, ਜਿਹੜੇ ਪਿਆਰੇ, ਹੇ ਪਰਮੇਸ਼ਰ ਤੁਸੀਂ ਰੱਖਣਾ ਕਰੋ ਸਾਰਿਆਂ ਨੂੰ ਹੀ। ਦੀਨ ਬੰਦ ਦੁਸ਼ਟਨ ਕੇ ਹੰਤਾ, ਦੀਨ ਬੰਦ, ਹੇ ਦੀਨਾ ਬੰਧੂ, ਦੀਨਾ ਦੀ ਰੱਖਿਆ ਕਰਨ ਵਾਲੇ, ਦੀਨ ਗਰੀਬਾਂ ਦੀ ਸਾਰ ਲੈਣ ਵਾਲੇ, ਹੇ ਦੀਨਾ ਬੰਧੂ ਪਰਮੇਸ਼ਰ। ਦੁਸ਼ਟਨ ਕੇ ਹੰਤਾ, ਤੁਸੀਂ ਦੁਸ਼ਟਾਂ ਨੂੰ, ਸਾਰੇ ਵੈਰੀਆਂ ਦੁਸ਼ਟਾਂ ਨੂੰ, ਪਾਪਾਂ ਨੂੰ ਤੁਸੀਂ ਹੰਤਾ ਖਤਮ ਕਰਨ ਵਾਲੇ ਹੋ, ਹੰਤ ਉਹਨਾਂ ਦਾ ਅੰਤ ਕਰਨ ਵਾਲੇ ਹੋ ਤੁਸੀਂ। ਤੁਮ ਹੋ ਪੁਰੀ ਚਤੁਰਦਸ ਕੰਤਾ, ਤੁਮ ਹੋ ਪੁਰੀ ਚਤੁਰ, ਜਿਹੜੀਆਂ ਚਤੁਰ ਭਾਵ ਚਤੁਰਦਸ, ਜਿਹੜੀਆਂ 4 ਤੇ 10, ਜਿਹੜੀਆਂ 14 ਪੁਰੀਆਂ ਹਨ ਨਾ, 7 ਪਾਤਾਲ 7 ਆਕਾਸ਼, ਜਿਹੜੇ 7 ਪਤਾਲ ਤੇ 7 ਆਕਾਸ਼ ਮੰਨੇ ਗਏ ਹਨ। ਤੁਮ ਹੋ ਪੁਰੀ ਚਤੁਰਦਸ
ਕੰਤਾ, ਤੁਸੀਂ 14 ਪੁਰੀਆਂ ਦੇ ਇਹ ਪਰਮੇਸ਼ਰ ਕੰਤ ਮਾਲਕ, ਤੁਸੀਂ ਹੀ ਸਾਰਿਆਂ ਦੇ ਮਾਲਕ ਹੋ, ਤੁਸੀਂ ਹੀ ਸਾਰਿਆਂ ਪੁਰੀਆਂ ਨੂੰ 14 ਪੁਰੀਆਂ ਨੂੰ ਇਹ ਬਣਾਉਣ ਵਾਲੇ ਹੋ ਤੁਸੀਂ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਭਾਵ ਉਸ ਪਰਮੇਸ਼ਰ ਦਾ ਹੁਕਮ ਪਾ ਕੇ, ਪਰਮੇਸ਼ਰ ਦਾ ਬਲ ਪ੍ਰਾਪਤ ਕਰਕੇ, ਕਾਲ ਪਾਏ ਬ੍ਰਹਮਾ ਬਪਤਰਾ, ਕਿ ਜਿਹੜਾ ਬ੍ਰਹਮਾ ਉਸ ਨੇ ਜਨਮ ਧਾਰਨ ਕੀਤਾ, ਜਿਹੜਾ ਬ੍ਰਹਮਾ ਸਾਰਿਆਂ ਨੂੰ ਪੈਦਾ ਕਰਦਾ ਮੰਨਿਆ ਗਿਆ ਹੈ, ਉਸ ਨੇ ਜਨਮ ਧਾਰਨ ਕੀਤਾ ਪਰਮੇਸ਼ਰ ਦਾ ਹੁਕਮ ਪਾ ਕੇ, ਪਰਮੇਸ਼ਰ ਦਾ ਬਲ ਪਾ ਕੇ। ਕਾਲ ਪਾਏ ਹੈ ਕਾਲਣ ਕੇ ਕਾਲ, ਮਹਾਕਾਲਣ ਕੋ ਕਾਲ ਹੈ, ਐਸੇ ਕਾਲ ਪਰਮੇਸ਼ਰ ਕਾਲ ਪਾਏ, ਤੁਹਾਡਾ ਹੁਕਮ ਪਾ ਕਰਕੇ ਬ੍ਰਹਮਾ ਨੇ ਜਨਮ ਲਿਆ। ਕਾਲ ਪਾਏ ਸਿਵ ਜੂ ਅਵਤਰਾ, ਅਤੇ ਤੁਹਾਡਾ ਹੀ ਹੁਕਮ, ਤੁਹਾਡਾ ਹੀ ਬਲ ਪਾ ਕੇ ਸਿਵਜੂ, ਸਿਵ ਜੀ ਨੇ ਅਵਤਾਰ ਧਾਰਨ ਕੀਤਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਤੁਹਾਡਾ ਹੀ ਹੁਕਮ, ਤੁਹਾਡਾ ਹੀ ਬਲ ਪਾ ਕੇ ਹੈ ਕਾਲਣ ਕੇ ਕਾਲ ਪਰਮੇਸ਼ਰ ਵਿਸ਼ਨ, ਵਿਸ਼ਨੂੰ ਜੀ ਨੇ ਪ੍ਰਕਾਸ਼ ਲਿਆ, ਉਹਨੇ ਜਨਮ ਲਿਆ। ਸਕਲ ਕਾਲ ਕਾ ਕੀਆ ਤਮਾਸਾ, ਅਤੇ ਇਸ ਪ੍ਰਕਾਰ ਦੇ ਨਾਲ ਸਕਲ ਕਾਲ ਤੇ ਸਾਰੇ ਹੀ ਕਾਲ ਸਮੇਂ ਦਾ ਕੀਆ ਤਮਾਸ਼ਾ, ਇਹ ਜੋ ਸਾਰੀ ਸ੍ਰਿਸ਼ਟੀ ਦਾ ਜੋ ਤਮਾਸ਼ਾ ਰਚਨਾ ਕੀਤਾ, ਇਸ ਪ੍ਰਕਾਰ ਦੇ ਨਾਲ ਇਹ ਸਾਰਾ ਤੁਹਾਡੇ ਬਲ ਦੇ ਨਾਲ ਇਹ ਪਰਮੇਸ਼ਰ ਹੋਇਆ। ਕਾਲ ਪਾਏ, ਤੁਹਾਡੇ ਹੁਕਮ ਦੇ ਨਾਲ ਹੀ ਇਹ ਸਾਰਾ ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਾਰਾ ਪ੍ਰਕਾਸ਼, ਇਹ ਸਾਰਾ ਪਸਾਰਾ ਖੇਡ ਜੋ ਸੰਸਾਰ ਦਾ ਤੁਹਾਡੇ ਬਲ ਤੇ ਤੁਹਾਡੇ ਹੁਕਮ ਦੇ ਨਾਲ ਹੀ ਹੋਇਆ। ਜਵਨ ਕਾਲ ਜੋਗੀ ਸਿਵ ਕੀਓ, ਜਵਨ ਕਾਲ ਜੋਗੀ ਸਿਵ ਕੀਓ, ਜਿਸ ਸਮੇਂ ਜਿਸ ਨੇ ਜਵਨ ਕਾਲ ਭਾਵ ਜਿਸ ਕਾਲ ਪੁਰਖ ਪਰਮੇਸ਼ਰ ਨੇ ਜੋਗੀ ਸਿਵ ਕੀਓ, ਜਿਹੜਾ ਯੋਗ ਕਰਨ ਵਾਲਾ ਸ਼ਿਵ ਸੀ ਉਹਨੂੰ ਪੈਦਾ ਕਰਨਾ ਕੀਤਾ। ਜਿਸ ਸਮੇਂ ਮਤਲਬ ਭਾਵ ਜਿਸ ਕਾਲ, ਜਿਸ ਪਰਮਾਤਮਾ ਨੇ ਯੋਗ ਕਰਨ ਵਾਲੇ ਸ਼ਿਵ ਜੀ ਨੂੰ ਪੈਦਾ ਕੀਤਾ। ਵੇਦ ਰਾਜ ਬ੍ਰਹਮਾ ਜੋ ਥੀਓ, ਜਿਸ ਪਰਮੇਸ਼ਰ ਨੇ ਵੇਦ ਰਾਜ, ਵੇਦਾਂ ਦਾ ਰਾਜਾ ਜੋ ਬ੍ਰਹਮਾ ਸੀ ਉਸ ਨੂੰ ਪੈਦਾ ਕਰਨਾ ਕੀਤਾ। ਜਵਨ ਕਾਲ ਸਭ ਲੋਕ ਸਵਾਰਾ, ਅਤੇ ਜਿਸ ਪਰਮੇਸ਼ਰ ਨੇ ਜਵਨ ਕਾਲ, ਜਿਸ ਕਾਲ ਪਰਮੇਸ਼ਰ ਨੇ ਸਭ ਲੋਕ ਸਵਾਰਾ, ਸਾਰੀ ਸ੍ਰਿਸ਼ਟੀ ਨੂੰ ਸਵਾਰਨਾ ਕੀਤਾ ਪੈਦਾ ਕਰਕੇ, ਤੇ ਉਸ ਨੂੰ ਸਵਾਰਿਆ ਵੀ। ਆਪਾਂ ਫੁੱਲ ਬਨਸਪਤੀ ਦੇਖਦੇ ਹਾਂ, ਸਵਾਰੀ ਹੋਈ ਹੈ ਪਰਮੇਸ਼ਰ ਦੀ। ਆਪਣਾ ਮਨੁੱਖਾ ਜਿਹੜਾ ਸਰੀਰ ਹੈ ਕਿਤਨਾ ਸੁੰਦਰ ਸਵਾਰ ਕੇ ਪਰਮੇਸ਼ਰ ਨੇ ਸਾਜਿਆ। ਨੱਕ, ਕੰਨ, ਹੱਥ ਕਿਤਨੇ ਆਪਦੇ ਟਿਕਾਣੇ ਤੇ ਲਗਾ ਕਰਕੇ ਇਸ ਤਰੀਕੇ ਨਾਲ ਪਰਮੇਸ਼ਰ ਨੇ, ਜਿਸ ਪਰਮੇਸ਼ਰ ਨੇ ਇਹ ਸਜਾਉਣਾ ਕੀਤਾ। ਨਮਸਕਾਰ ਹੈ ਤਾਹੇ ਹਮਾਰਾ, ਐਸੇ ਪਰਮੇਸ਼ਰ ਸਾਰਿਆਂ ਦੇ ਕਾਲ ਨੂੰ, ਪਰਮੇਸ਼ਰ ਨੂੰ ਮੇਰਾ ਨਮਸਕਾਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ ਕਿ ਜਿਹਨੇ ਬ੍ਰਹਮਾ ਨੂੰ ਪੈਦਾ ਕਰ ਦਿੱਤਾ, ਜਿਹਨੇ ਸ਼ਿਵ ਜੀ ਬਣਾਇਆ, ਜਿਸ ਜਵਨ ਕਾਲ ਸਭ ਲੋਕ ਸਵਾਰਾ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ, ਉਸ ਐਸੇ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਣਾਇਓ, ਜਿਸ ਪਰਮਾਤਮਾ ਨੇ ਸਾਰਾ ਜਗਤ ਬਣਾਇਆ, ਜਵਨ ਕਾਲ ਸਭ ਜਗਤ ਬਣਾਇਓ। ਜਵਨ ਕਾਲ ਜਿਸ ਕਾਲ, ਜਿਸ ਪਰਮੇਸ਼ਰ ਨੇ ਜਗਤ ਸਾਰੇ ਨੂੰ ਰਚਨਾ ਕੀਤਾ। ਦੇਵ ਦੈਤ ਜਛਨਿ ਉਪਜਾਇਓ, ਅਤੇ ਜਿਸ ਪਰਮੇਸ਼ਰ ਨੇ ਦੇਵਤੇ, ਦੈਤ ਭਾਵ ਰਾਖਸ਼ਸ ਅਤੇ ਜਛ, ਇਹਨਾਂ ਨੂੰ ਪੈਦਾ ਕਰਨਾ ਕੀਤਾ, ਉਪਜਾਇਓ ਪੈਦਾ ਕੀਤੇ। ਆਦ ਅੰਤ ਏਕੈ ਅਵਤਾਰਾ, ਅਤੇ ਜਿਹੜਾ ਪਰਮੇਸ਼ਰ ਆਦ ਅੰਤ ਇੱਕ ਹੈ ਅਵਤਾਰਾ, ਆਦ ਆਰੰਭ ਵਿੱਚ ਵੀ ਸੰਸਾਰ ਦੇ ਸ੍ਰਿਸ਼ਟੀ ਦੇ ਤੇ ਅੰਤ ਵਿੱਚ ਵੀ ਜੋ ਇੱਕੋ ਹੀ ਅਵਤਾਰ, ਉਹ ਪਰਮੇਸ਼ਰ ਇੱਕੋ ਹੀ ਹੈ, ਆਪ ਹੀ ਹੈ ਆਦ ਅੰਤ, ਜਿਹੜਾ ਇੱਕੋ ਹੀ ਅਵਤਾਰ ਹੈ। ਸੋਈ ਗੁਰੂ ਸਮਝਿਓ ਹਮਾਰਾ, ਉਸੇ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਕਿ ਮੇਰਾ ਗੁਰੂ ਸਮਝੋ, ਉਹੀ ਮੇਰਾ ਗੁਰੂ ਹੈ, ਉਹੀ ਮੇਰਾ ਪਰਮੇਸ਼ਰ ਹੈ, ਜਿਹਨੇ ਸਾਰੀ ਸ੍ਰਿਸ਼ਟੀ ਬਣਾਈ, ਜਿਹਨੇ ਦੇਵਤੇ, ਰਾਖਸ਼ਸ, ਜੱਛ ਪੈਦਾ ਕੀਤੇ, ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਇੱਕੋ ਹੀ ਜੋ ਅਵਤਾਰ ਹੈ, ਉਸੇ ਨੂੰ ਹੀ ਮੇਰਾ ਗੁਰੂ ਸਮਝਣਾ ਕਰੋ। ਨਮਸਕਾਰ ਤਿਸ ਹੀ ਕੋ ਹਮਾਰੀ, ਨਮਸਕਾਰ ਤਿਸ ਹੀ ਕੋ ਹਮਾਰੀ, ਕੇ ਉਸ ਪਰਮੇਸ਼ਰ ਨੂੰ, ਉਸੇ ਨੂੰ ਮੇਰੀ ਨਮਸਕਾਰ ਹੈ। ਸਕਲ ਪ੍ਰਜਾ ਜਿਨੇ ਆਪ ਸਵਾਰੀ, ਜਿਸ ਨੇ ਸਕਲ ਪ੍ਰਜਾ, ਸਾਰੀ ਸ੍ਰਿਸ਼ਟੀ ਜਿਹੜੀ ਜਿਨ ਆਪ ਸਵਾਰੀ, ਜਿਸ ਨੇ ਸਵਾਰਨਾ ਕੀਤੀ ਹੈ, ਪੈਦਾ ਕੀਤੀ ਤੇ ਨਾਲ ਸਵਾਰੀ ਵੀ, ਪੈਦਾ ਕਰਕੇ ਹੀ ਨਹੀਂ ਛੱਡਤੀ, ਸਵਾਰੀ ਵੀ। ਜਿਸ ਪ੍ਰਕਾਰ ਨਾਲ ਆਪਣਾ ਸਰੀਰ ਸਵਾਰ ਕੇ ਬਨਸਪਤੀ, ਤਰ੍ਹਾਂ ਤਰ੍ਹਾਂ ਦੇ ਫੁੱਲ, ਪਹਾੜ ਅਤੇ ਇਸ ਪ੍ਰਕਾਰ ਨਾਲ ਜੋ ਆਕਾਸ਼, ਕਿਤਨਾ ਕੁਛ ਸਤਿਗੁਰਾਂ ਪਰਮੇਸ਼ਰ ਨੇ ਜੋ ਸਵਾਰਿਆ। ਸਕਲ ਪ੍ਰਜਾ ਜਿਨ ਆਪ ਸਵਾਰੀ, ਕਿ ਜਿਹਨੇ ਆਪ ਇਹ ਸਵਾਰਨਾ ਕੀਤੀ। ਨਮਸਕਾਰ ਤਿਸੀ ਕੋ ਹਮਾਰੀ, ਉਸੇ ਨੂੰ ਹੀ ਸਾਡੀ ਸਤਿਗੁਰੂ ਕਹਿੰਦੇ ਵੀ ਸਾਡੀ ਨਮਸਕਾਰ ਹੈ।
ਸਿਵਕਨ ਕੋ ਸਭ ਗੁਣ ਸੁਖ ਦਿਓ। ਸੇਵਕਨ ਕੋ, ਜਿਹੜੇ ਪਰਮੇਸ਼ਰ ਨੇ ਕਿਰਪਾ ਕੀਤੀ ਸੇਵਕਾਂ ਨੂੰ, ਜਿਹੜੇ ਉਹਦੇ ਸੇਵਕ ਹਨ, ਸੇਵਕਨ ਕੋ ਸਭ ਗੁਣ ਸੁਖ ਦਿਓ। ਸਭ ਗੁਣ ਹੁੰਦਾ ਹੈ ਜੀ 100 ਗੁਣਾ। ਪਰਮੇਸ਼ਰ ਨੇ 100 ਗੁਣਾ ਸੁਖ ਦੇ ਦਿੱਤਾ ਆਪਦੇ ਸਿੱਖਾਂ ਸੇਵਕਾਂ ਨੂੰ। 100 ਗੁਣਾ ਤਾਂ ਦਿੱਤਾ ਕਿਉਂਕਿ ਜਿਹੜੀ ਗਿਣਤੀ ਹੈ 1 ਤੋਂ ਸ਼ੁਰੂ ਹੋ ਕਰਕੇ ਤੇ 100 ਤੱਕ ਜਾਂਦੀ ਹੈ। 100 ਤੋਂ ਜਾ ਕਰਕੇ ਫਿਰ 1 ਤੋਂ ਸ਼ੁਰੂ ਹੋ ਜਾਂਦੀ ਹੈ, ਜਿਵੇਂ 101 ਤੇ 102, ਇਸ ਪ੍ਰਕਾਰ। ਭਾਵ 100 ਗੁਣਾ ਭਾਵ ਸੰਪੂਰਨ, ਪੂਰਾ ਸੰਪੂਰਨ ਸੁਖ, 100 ਗੁਣਾ ਸੁਖ ਸਿੱਖਾਂ ਸੇਵਕਾਂ ਨੂੰ ਉਸ ਪਰਮੇਸ਼ਰ ਨੇ ਦਿੱਤਾ ਹੈ। ਸਤਰਨ ਕੋ ਪਲ ਮੂਹ ਬਦ ਕੀਓ। ਅਤੇ ਉਹਦੇ ਸੇਵਕਾਂ ਦੇ ਜਿਹੜੇ 70 ਵੈਰੀ ਸੀਗੇ ਮਾਨਸਿਕ ਅਤੇ ਜੋ ਸਪਸ਼ਟ ਸੰਤਾਂ ਨੂੰ ਦੁੱਖ ਦਿੰਦੇ ਹਨ, ਜਿਹੜੇ ਉਹਨਾਂ ਨੂੰ ਵੀ 70 ਕੋ ਪਲ ਮੋਹ, ਪਲ ਦੇ ਵਿੱਚ ਹੀ, ਤਤਛਿਨ ਵਿੱਚ ਹੀ ਵੱਧ ਕੀਓ, ਉਹਨਾਂ ਦਾ ਵੱਧ ਕਰ ਦਿੱਤਾ ਪਰਮੇਸ਼ਰ ਨੇ, ਉਹਨਾਂ ਨੂੰ ਮਾਰ ਦਿੱਤਾ। ਘਟ ਘਟ ਕੇ ਅੰਤਰ ਕੀ ਜਾਣਤ। ਐਸਾ ਜੋ ਪਰਮੇਸ਼ਰ ਹੈ ਘਟ ਘਟ ਕੇ ਅੰਤਰ ਕੀ ਜਾਣਤ। ਇਹ ਜੋ ਘਟਾ ਦਿਲਾਂ ਦੀਆਂ ਜਿਹੜੀਆਂ ਪਰਮੇਸ਼ਰ ਹੈ ਉਹ ਅੰਦਰ ਦੀਆਂ ਗੱਲਾਂ ਪਰਮੇਸ਼ਰ ਜਾਣਦਾ ਹੈ। ਜਿਸ ਪ੍ਰਕਾਰ ਨਾਲ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ, ਕਿ ਉਹ ਪਰਮੇਸ਼ਰ ਤਾਂ ਬਿਨਾਂ ਬੋਲਿਆ ਹੀ ਸਾਰੇ ਜੀਵਾਂ ਦੇ ਘਟ ਦੀ ਅੰਦਰ ਦੀ ਜਾਣਦਾ ਹੈ। ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਕਿ ਬਹੁਤਾ ਬੋਲ ਕੇ ਪਰਮੇਸ਼ਰ ਨੂੰ ਦੱਸਣ ਦੀ ਲੋੜ ਨਹੀਂ, ਬਿਨਾਂ ਬੋਲਿਆ ਹੀ ਪਰਮੇਸ਼ਰ ਸਾਰਿਆਂ ਦੀਆਂ ਘਟ ਦੀਆਂ ਜਾਣਦਾ ਹੈ। ਇਹ ਐਸਾ ਉਹ ਬੇਅੰਤ ਪਰਮੇਸ਼ਰ ਹੈ। ਤੇ ਫਿਰ ਸਤਿਗੁਰੂ ਆਸਾਰੀ ਵਾਰ 'ਚ ਵੀ ਫਰਮਾਉਂਦੇ ਹਨ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਕਿ ਜਿਨ੍ਹਾਂ ਦੇ ਅੰਦਰ ਕਪਟ ਹੈ, ਵਿਕਾਰ ਹੈ, ਜਿਨ੍ਹਾਂ ਦੇ ਅੰਦਰ ਮੁਖ ਤੋਂ ਉਤੋਂ ਜੋ ਮਰਜ਼ੀ ਕੀਰਤਨ ਕਰੀ ਜਾਣ, ਪਰਮੇਸ਼ਰ ਦੀ ਉਸਤਤੀ ਕਰੀ ਜਾਣ, ਪਰ ਜਿਨ੍ਹਾਂ ਦੇ ਅੰਦਰ ਕਪਟ ਹੈ ਨਾ, ਫਿਰ ਉਹ ਪਰਮੇਸ਼ਰ ਭਿੱਜਦਾ ਨਹੀਂ, ਉਹਨਾਂ ਤੇ ਰੀਝਦਾ ਨਹੀਂ, ਕਿਉਂਕਿ ਉਹ ਤਾਂ ਘਟ ਕੇ ਅੰਤਰ ਕੀ ਜਾਣਦਾ। ਉਹ ਤਾਂ ਦਿਲਾਂ ਦੀਆਂ ਜਾਣਦਾ ਹੈ, ਮੁਖ ਦੀਆਂ ਨਹੀਂ ਜਾਣਦਾ। ਕਿ ਮੁਖ ਤੋਂ ਤਾਂ ਮਨੁੱਖ ਕੁਛ ਵੀ ਬੋਲਦਾ ਹੈ, ਪਰ ਜੋ ਉਹਦੇ ਅੰਦਰ ਘਟ ਅੰਤਰ ਹੁੰਦਾ ਹੈ ਨਾ, ਹਿਰਦੇ ਅੰਦਰ, ਦਿਲ ਦੇ ਅੰਦਰ, ਉਹ ਵੀ ਪਰਮੇਸ਼ਰ ਜਾਣਦਾ ਹੈ। ਭਲੇ ਬੁਰੇ ਕੀ ਪੀਰ ਪਛਾਨਤ। ਜਿਹੜੀ ਪੀਰ ਦਰਦ ਹੈ ਨਾ, ਉਹ ਪਰਮੇਸ਼ਰ ਭਲੇ ਬੁਰੇ ਹਰੇਕ ਜੀਵ ਦੀ, ਸਾਰਿਆਂ ਦੀ ਪੀੜ ਉਹ ਪਰਮੇਸ਼ਰ ਆਪ ਜਾਣਦਾ ਹੈ। ਜਿਸ ਪ੍ਰਕਾਰ ਨਾਲ ਜਿਹੜੇ ਜੋ ਜਾਚਕ ਹੁੰਦੇ ਹਨ ਸਤਿਗੁਰਾਂ ਦੇ, ਉਹਨਾਂ ਦੇ ਅੰਦਰ ਬਿਰਹੋ ਦੀ, ਵਿਛੋੜੇ ਦੀ ਜਿਹੜੀ ਪੀੜ ਹੈ ਉਹ ਪਰਮੇਸ਼ਰ ਆਪ ਜਾਣਦਾ ਹੈ। ਅਤੇ ਇਸ ਪ੍ਰਕਾਰ ਨਾਲ ਜੇਕਰ ਉਹਨਾਂ ਕੋਲ ਕੋਈ ਪਾਪ ਹੋ ਜਾਵੇ, ਕੋਈ ਕੁਕਰਮ ਹੋ ਜਾਵੇ, ਤਾਂ ਜਿਹੜੀ ਉਸ ਦੇ ਪਛਤਾਵੇ ਦੀ ਜੋ ਪੀੜ ਹੈ ਉਹ ਵੀ ਪਰਮੇਸ਼ਰ ਆਪ ਜਾਣਦਾ ਹੈ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਕਿ ਉਹ ਪਰਮੇਸ਼ਰ ਹੀ ਸਾਰਿਆਂ ਦੀ ਪੀੜ ਨੂੰ ਪਛਾਣਦਾ ਹੈ। ਚੀਟੀ ਤੇ ਕੁੰਚਰ ਅਸਥੂਲਾ। ਚੀਟੀ ਭਾਵ ਕੀੜੀ ਤੋਂ ਲੈ ਕਰਕੇ ਤੇ ਕੁੰਚਰ ਅਸਥੂਲਾ, ਜਿਹੜਾ ਅਸਥੂਲ ਵੱਡੇ ਸਰੀਰ ਵਾਲਾ ਜੋ ਕੁੰਚਰ ਹਾਥੀ ਹੈ। ਚੀਟੀ ਤੇ ਕੁੰਚਰ ਅਸਥੂਲਾ, ਕਿ ਉਸ ਪਰਮੇਸ਼ਰ ਨੇ ਪੈਦਾ ਕੀਤੇ, ਅਸਥੂਲ ਉਹਨਾਂ ਨੂੰ ਸਰੀਰ ਦਿੱਤਾ, ਅਤੇ ਉਹਨਾਂ ਦੇ ਘਟ ਦੇ ਜਿਹੜੇ ਕੀੜੀ ਤੋਂ ਲੈ ਕੇ ਤੇ ਹਾਥੀ ਤੱਕ ਸਾਰਿਆਂ ਦੀ ਘਟ ਦੀ ਉਹ ਪਰਮੇਸ਼ਰ ਜਾਣਦਾ ਹੈ। ਜਿਸ ਪ੍ਰਕਾਰ ਨਾਲ ਜੋ चीटी की हाथी की पुकार पल पाछै पहुँचत ताहे, चीटी की चिंगार पहले ही पहुँचत है। कि जे हाथी पुकार करे उच्ची बहुत आवाज़ होंदी है, पर वो तो मगरों पहुँचती है। सतगुरु कहते कि चीटी की चिंगार पहले ही सुनीयत है। जी कीड़ी की पुकार है वो परमेश्वर पहला सुन दिंदा है। भाव कि कीड़ी की भी, हाथी की भी, सूखम जीवां की भी अते बड़े सारे ही जीवां की जो परमेश्वर है ਉਹ ਪੁਕਾਰ ਸੁਣਦਾ ਹੈ। ਜੋ ਸਾਰਿਆਂ ਨੂੰ ਪਰਮੇਸ਼ਰ ਦੇ ਅੰਦਰ, ਉਹ ਜੀਵਾਂ ਦੇ ਅੰਦਰ ਪਰਮੇਸ਼ਰ ਦੀ ਹੀ ਜੋ ਜੋਤ ਇੱਕ ਸਮਾਨ ਸਾਰਿਆਂ ਦੇ ਅੰਦਰ ਹੈ। ਇਸ ਪ੍ਰਕਾਰ ਨਾਲ ਚੀਟੀ ਤੇ ਕੁੰਚਰ ਅਸਥੂਲਾ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਦੇ ਉੱਪਰ ਹੀ ਕਿਰਪਾ ਦ੍ਰਿਸ਼ਟ ਕਰ ਫੂਲਾ। ਕਿ ਸਾਰਿਆਂ ਦੇ ਅੰਦਰੋਂ ਕਿਰਪਾ ਦ੍ਰਿਸ਼ਟੀ ਕਰਕੇ ਸਾਰਿਆਂ ਨੂੰ ਪਰਮੇਸ਼ਰ ਪ੍ਰਫੁੱਲਤ ਕਰਦਾ ਹੈ। ਕੀੜੀ ਤੋਂ ਲੈ ਕਰਕੇ ਹਾਥੀ ਨੂੰ ਵੀ ਉਸਨੇ ਪਰਮੇਸ਼ਰ ਨੇ ਪ੍ਰਫੁੱਲਤ ਕੀਤਾ ਹੈ। ਸੰਤਨ ਦੁਖ ਪਾਏ ਕੇ ਦੁਖੀ। ਸੰਤਨ ਦੁੱਖ ਪਾਏ ਤੇ ਦੁਖੀ। ਕਿ ਜੇਕਰ ਉਸ ਪਰਮੇਸ਼ਰ ਦੇ ਜਿਹੜੇ ਸੰਤ ਹਨ, ਸੰਤ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਕਿ ਜਿਨ੍ਹਾਂ ਨੂੰ ਸਾਸ ਗਿਰਾਸ ਪਰਮੇਸ਼ਰ ਨਹੀਂ ਵਿਸਰਦਾ, ਐਸੇ ਉਹ ਸੰਤ ਹਨ। ਤੇ ਸੰਤਨ ਦੁੱਖ ਪਾਏ ਤੇ ਦੁਖੀ। ਤੇ ਜੇਕਰ ਸੰਤਾਂ ਨੂੰ ਦੁੱਖ ਕੋਈ ਦਿੰਦਾ ਹੈ ਨਾ, ਫਿਰ ਉਹ ਪਰਮੇਸ਼ਰ ਵੀ ਦੁੱਖ ਮਹਿਸੂਸ ਕਰਦਾ ਹੈ।
ਪਰ ਕਿਉਂਕਿ ਜਿਹੜਾ ਪਰਮੇਸ਼ਰ ਹੈ ਉਹ ਤਾਂ ਦੁੱਖਾਂ ਤੋਂ ਨਿਵਰਤ, ਉਹਨੂੰ ਤਾਂ ਕੋਈ ਹਰਖ ਸੋਗ ਹੀ ਨਹੀਂ। ਪਰ ਜੇਕਰ ਉਹਦੇ ਸੰਤਾਂ ਨੂੰ ਨਜਾਇਜ਼ ਹੀ ਕੋਈ, ਕਿਉਂਕਿ ਸੰਤ ਦਾ ਪਰਉਪਕਾਰ ਬ੍ਰਹਮ ਗਿਆਨੀ ਪਰਉਪਕਾਰ ਉਮਹਾ, ਕਿ ਜਿਹੜੇ ਸੰਤ ਹਨ ਉਹ ਤਾਂ ਪਰਉਪਕਾਰ ਲਈ ਉਤਾਵਲੇ ਰਹਿੰਦੇ ਹਨ। ਪਰ ਫਿਰ ਵੀ ਜੇਕਰ ਕੋਈ ਸੰਤਾਂ ਨੂੰ ਦੁੱਖ ਦਿੰਦਾ ਹੈ ਤਾਂ ਪਰਮੇਸ਼ਰ ਦੁੱਖ ਉਹਨਾਂ ਦਾ ਆਪ ਮਹਿਸੂਸ ਕਰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਉਸ ਸੰਤਾਂ ਦਾ ਜਿਹੜਾ ਦੁੱਖ ਉਹ ਪਰਮੇਸ਼ਰ ਆਪ ਮਹਿਸੂਸ ਕਰਦਾ ਹੈ। ਸੁਖ ਪਾਏ ਸਾਧਨ ਕੇ ਸੁਖੀ। ਤੇ ਜੇਕਰ ਉਹਨਾਂ ਦੇ ਸੰਤ ਪਰਮੇਸ਼ਰ ਦੇ ਜਿਹੜੇ ਸਾਧਨ, ਜਿਹੜੇ ਮਨ ਨੂੰ ਸਾਧ ਲਿਆ ਨਾ, ਜਿਨ੍ਹਾਂ ਨੇ ਜੇ ਸਾਧ ਰਹੇ ਹਨ, ਤੇ ਜੇ ਉਹ ਸੁੱਖ ਪਾਉਂਦੇ ਆ ਤਾਂ ਫਿਰ ਪਰਮੇਸ਼ਰ ਵੀ ਸੁੱਖ ਮਹਿਸੂਸ ਕਰਦਾ ਹੈ। ਏਕ ਏਕ ਕੀ ਪੀਰ ਪਛਾਨੈ। ਪਰਮੇਸ਼ਰ ਇੱਕ ਦੀ, ਹਰੇਕ ਜੀਵ ਦੀ ਪੀਰ, ਜਿਹੜੀ ਪੀੜ ਨੂੰ ਪਛਾਣਦੇ ਹਨ। ਕੀੜੀ ਦੀ ਪੀੜ ਨੂੰ ਵੀ ਪਰਮੇਸ਼ਰ ਪਛਾਣਦਾ ਹੈ, ਹਾਥੀ ਦੀ ਵੀ, ਭਾਵ ਛੋਟੇ ਵੱਡੇ ਸਾਰਿਆਂ ਦੀ ਹੀ ਪਰਮੇਸ਼ਰ ਪੀੜ ਆਪ ਪਛਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣੈ। ਘਟ ਘਟ ਦਿਲਾਂ ਦੀ, ਅਤੇ ਪਟ ਪਟ ਭਾਵ ਪੜਦੇ ਦੀ, ਹਰੇਕ ਪੜਦੇ ਦੀ ਗੱਲ, ਹਰੇਕ ਘਟ ਹਰੇਕ ਦਿਲ ਦੀ ਗੱਲ ਪਰਮੇਸ਼ਰ ਜਾਣਦਾ ਹੈ। ਐਸਾ ਉਹ ਪਰਮੇਸ਼ਰ ਬੇਅੰਤ ਹੈ। ਤੇ ਉਸ ਅੱਗੇ ਫਿਰ ਸਤਿਗੁਰਾਂ ਨੇ ਸਿੱਖਾਂ ਨੂੰ ਬੇਨਤੀ ਕਰਨ ਦੀ ਜਾਚ ਸਿਖਾਈ ਕਿ ਇਸ ਪ੍ਰਕਾਰ ਸਤਿਗੁਰਾਂ ਦੀ ਅੱਗੇ ਬੇਨਤੀ ਕਰਨੀ ਹੈ ਕਿ ਸਾਡੇ ਦੁਸ਼ਟਾਂ ਨੂੰ ਘਾਤ ਕਰੋ ਤੇ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ, ਕਿ ਤੁਹਾਡੀ ਸ਼ਰਨ ਆਏ ਹਾਂ, ਸਾਡੀ ਲਾਜ ਰੱਖ ਲਓ ਸਤਿਗੁਰੂ, ਐਸੀ ਕਿਰਪਾ ਕਰੋ। ਇਸ ਪ੍ਰਕਾਰ ਨਾਲ ਸਤਿਗੁਰੂ ਜੋ ਇਹਨਾਂ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ, ਜੋ ਅੱਜ 12 ਜੋ ਚੌਪਈ ਸਾਹਿਬ ਦੀਆਂ 12 ਜਿਹੜੀਆਂ ਪੌੜੀਆਂ ਉਹ ਸੰਪੂਰਨ ਹੋਈਆਂ ਹਨ, ਤੇ ਬਾਕੀ ਜੋ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ। ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕਥਾ ਕਰਦਿਆਂ, ਗੁਰਬਾਣੀ ਉਚਾਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਹਨ, ਸਤਿਗੁਰੂ ਬਖਸ਼ ਲਿਓ। ਸਤਿਗੁਰੂ ਅਤੇ ਜੇ ਸਤਿਗੁਰੂ ਦੀ ਸੰਗਤ ਹੈ ਉਹ ਬਖਸ਼ਣਯੋਗ ਹੈ, ਤੇ ਆਪਣਾ ਬੱਚਾ ਜਾਣ ਕੇ ਤੇ ਗਲਤੀਆਂ ਦੀ ਮੁਆਫੀ ਬਖਸ਼ਣੀ। ਤੇ ਕਿਰਪਾ ਕਰਿਆ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਤੇ ਆਪਾਂ ਵੀ ਉਦਮ ਕਰਿਆ ਕਰੀਏ ਕਿ ਜੋ ਲੜੀਵਾਰ ਕਥਾ ਚੱਲ ਰਹੀ ਹੈ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਵਿਖੇ ਆਣ ਕਰਕੇ ਤੇ ਕਥਾ ਵਿੱਚ ਜੁੜੀਏ ਤੇ ਸਤਿਗੁਰਾਂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਆਪਣਾ ਜਨਮ ਸਫਲਾ ਕਰੀਏ ਜੀ। ਸੋ ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਾਰੀ ਹੀ ਸਮਾਪਤੀ ਹੈ ਜੀ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।